ਵੈਲਕਮ ਟੂ ਡੀ ਅਕੈਡਮੀ। ਅੱਜ ਆਪਾਂ ਆਪਣਾ ਜਿਓਗ੍ਰਾਫੀ ਦਾ SST ਕੋਰਸ ਦੇ ਪਾਰਟ ਦੇ ਵਿੱਚ ਜਿਓਗ੍ਰਾਫੀ ਦਾ ਆਪਾਂ ਜਾਂ ਭੂਗੋਲ ਦਾ ਪਹਿਲਾ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ। ਆਪਣੀ ਪਹਿਲੀ ਕਲਾਸ ਦੇ ਵਿੱਚ ਆਪਾਂ ਜਿਓਗ੍ਰਾਫੀ ਦੇ ਵਿੱਚ ਚੈੱਕ ਕਰਾਂਗੇ ਬ੍ਰਹਿਮੰਡ, ਇਹਨੂੰ ਤੁਸੀਂ ਜਿਓਗ੍ਰਾਫੀ ਕਹਿ ਲਓ ਜਾਂ ਭੂਗੋਲ। ਪਹਿਲਾਂ ਆਪਾਂ ਜਿਓਗ੍ਰਾਫੀ ਥੋੜ੍ਹਾ ਜਾਣ ਲਈਏ। ਜਿਓਗ੍ਰਾਫੀ ਤੁਹਾਡਾ ਦੋ ਸ਼ਬਦ ਦੇ ਸੁਮੇਲ ਤੋਂ ਬਣਿਆ ਹੋਇਆ ਹੈਗਾ, ਜਿਹਦੇ ਵਿੱਚ ਇੱਕ ਵਰਡ ਆ ਰਿਹਾ ਜਿਓ, ਇੱਕ ਵਰਡ ਆ ਰਿਹਾ ਗ੍ਰਾਫੀ। ਗ੍ਰਾਫੀ ਦੇ ਵਿੱਚ ਇਹਨੂੰ ਸ਼ਾਰਟ ਫਾਰਮ ਦੇ ਓਰੀਜਨਲ ਫਾਰਮ ਦੇ ਵਿੱਚ ਇਹਨੂੰ ਗ੍ਰਾਫਸ ਬੋਲਿਆ ਜਾਂਦਾ ਸੀ, ਗ੍ਰਾਫਸ। ਇਹਦੇ ਵਿੱਚ ਜਿਓ, ਜਿਓ ਦਾ ਅਰਥ ਹੈ ਤੁਹਾਡਾ ਧਰਤੀ, ਗ੍ਰਾਫਸ ਦਾ ਅਰਥ ਹੈ ਉਹਦਾ ਵਰਣਨ, ਧਰਤੀ ਦਾ ਵਰਣਨ। ਸੋ ਇਹ ਵਰਡ ਤੁਹਾਡਾ ਇੱਕ ਜੋ ਗ੍ਰੀਕ ਇੱਕ ਹੋਏ ਨੇਗੇ, ਉਹਨਾਂ ਦੇ ਵੱਲੋਂ ਇਹ ਵਰਡ ਤੁਹਾਡਾ ਜੋ ਯੂਜ਼ ਕੀਤਾ ਗਿਆ, ਫਸਟ ਟਾਈਮ ਯੂਜ਼ ਕੀਤਾ ਗਿਆ ਸੀ, ਉਹਨਾਂ ਦਾ ਨਾਮ ਸੀ ਜੀ ਇਰਾਟੋਸਥਨੀਜ਼। ਇਰਾਟੋਸਥਨੀਜ਼ ਸੀ, ਉਹਨਾਂ ਨੇ ਇਹ ਵਰਡ ਯੂਜ਼ ਕੀਤਾ। ਜਾਂ ਪੰਜਾਬੀ ਦੇ ਵਿੱਚ ਤੁਸੀਂ ਇਰਾਟੋਸਥਨੀਜ਼ ਇਹਨੂੰ ਕਹਿ ਸਕਦੇ ਹੋ। ਇਸ ਤੋਂ ਬਾਅਦ ਵਿਦ ਦਾ ਟਾਈਮ ਪੀਰੀਅਡ ਜਿਓਗ੍ਰਾਫੀ ਦੇ ਵਿੱਚ ਉਹਨੂੰ ਯੂਜ਼ ਕਰਨ ਨੂੰ, ਉਹਦੇ ਵਰਡ ਦੇ ਵਿੱਚ ਉਹਦੀਆਂ ਜੋ ਤੁਸੀਂ ਕਹਿ ਸਕਦੇ ਹੋ ਇੱਕ ਡੈਫੀਨੇਸ਼ਨਸ ਹੋ ਗਈਆਂ, ਜਾਂ ਉਸਦੇ ਜੋ ਕੀ ਸਬਜੈਕਟਸ ਚੇਂਜ ਹੁੰਦੇ ਗਏ ਵਿਦ ਦਾ ਟਾਈਮ ਪੀਰੀਅਡ, ਇਹ ਚੇਂਜਸ ਇਹਦੇ ਵਿੱਚ ਆਉਂਦੇ ਗਏ। ਉਸ ਤੋਂ ਬਾਅਦ ਜੀ ਮਾਡਰਨ ਤੁਹਾਡਾ ਜੋ ਇਰਾਟੋਸਥਨੀਜ਼ ਗ੍ਰੀਕਸ ਵਰਡ ਸੀ, ਇਹ 2nd ਸੈਂਚੁਰੀ ਦੇ ਵਿੱਚ ਇਹ ਵਰਡ ਆਇਆ ਸੀ। ਉਸ ਤੋਂ ਬਾਅਦ ਟਾਈਮ ਪੀਰੀਅਡ ਚੇਂਜ ਹੁੰਦਾ ਗਿਆ ਅਤੇ ਹੋਰ ਚੇਂਜਸ ਆਉਂਦੇ ਰਹੇ, ਜਿਹਦੇ ਵਿੱਚ ਕਿ ਇੱਕ ਹੈਕਟਾਈਸ ਦੀ ਕਿਤਾਬ ਆਈ ਜਸ ਪੀਰੀਅਡਸ, ਜਸ ਪੀਰੀਅਡਸ GES ਪੀਰੀਅਡਸ। ਉਸ ਦੇ ਵਿੱਚ ਉਸਨੇ ਦੱਸਿਆ ਕਿ ਜੋ ਤੁਹਾਡੇ ਜੋ ਭੂਗੋਲ ਸੀ ਉਹਦੇ ਲੜੀਵਾਰ ਜੋ ਇੱਕ ਚੇਨ ਸੀ, ਉਹਨਾਂ ਨੂੰ ਸਬਜੈਕਟ ਸੀ, ਉਹਨਾਂ ਨੂੰ ਚੇਨਬੰਦ ਕੀਤਾ। ਇਸ ਤਰ੍ਹਾਂ ਕਾਫੀ ਚੇਂਜਸ ਆਉਂਦੇ ਗਏ ਜਿਓਗ੍ਰਾਫੀ ਦੇ ਵਿੱਚ, ਭੂਗੋਲ ਦੇ ਵਿੱਚ। ਇਸ ਤੋਂ ਬਾਅਦ ਜੀ 20ਵੀਂ ਸਦੀ ਦੇ ਵਿੱਚ ਜਾ ਕੇ ਜੋ ਤੁਹਾਡੇ ਕੋਲ ਮੇਨ ਚੇਂਜਸ ਆਏ ਨੇਗੇ, ਇਹਦੇ ਵਿੱਚ ਤੁਹਾਡੇ ਕੋਲ ਜਾ ਕੇ ਦੋ ਥਿਊਰੀਜ਼ ਆਈਆਂ ਨੇਗੀਆਂ। ਇੱਕ ਹੈ ਪੋਸੀਬਿਲਿਜ਼ਮ, ਇਹਨੂੰ ਕਹਿ ਸਕਦੇ ਹੋ ਸੰਭਾਵਵਾਦ। ਪੋਸੀਬਿਲਿਜ਼ਮ ਜੋ ਤੁਹਾਡੀ ਥਿਊਰੀ ਆ, ਇਹ ਹੈ ਤੁਹਾਡੀ ਵਾਈਡਲ ਡੀ ਲਾ ਬਲਾਸ ਔਰ ਫਰੈਬੇ ਨੇ ਇਹ ਥਿਊਰੀ ਦਿੱਤੀ ਸੀ, ਜਾਂ ਤੁਸੀਂ ਕਹਿ ਸਕਦੇ ਹੋ ਵਾਈਡਲ ਡੀ ਲਾ ਬਲਾਸ਼, ਇਹਨਾਂ ਵੱਲੋਂ ਥਿਊਰੀ ਆਈ ਸੀ। ਇਹਨਾਂ ਨੇ ਕਿਹਾ ਸੀ ਕਿ ਜੋ ਤੁਹਾਡੀ ਜਿਓਗ੍ਰਾਫੀ ਆ ਜਾਂ ਜਿਓਗ੍ਰਾਫੀ ਦਾ ਜੋ ਇੱਕ ਸੈਕਟਰ ਹੈ, ਇਹਦੇ ਵਿੱਚ ਹਿਊਮਨ ਦੇ ਲਈ ਸਭ ਕੁਛ ਪੋਸੀਬਲ ਹੈ ਜੋ ਉਹ ਕਰਨਾ ਚਾਹੁੰਦਾ ਹੈ। ਬੇਸਿਕ ਲੈਵਲ ਦੇ ਵਿੱਚ, ਬੇਸਿਕ ਲੈਂਗੁਏਜ ਦੇ ਵਿੱਚ ਆਪਾਂ ਗੱਲ ਕਰੀਏ, ਅਗਰ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਡੇ ਇੱਥੇ ਪੋਸੀਬਲ ਹੈ। ਤੁਸੀਂ ਕੁਛ ਵੀ ਆਪਣੀ ਮਰਜ਼ੀ ਅਨੁਸਾਰ ਇੱਧਰ ਉੱਧਰ ਚੱਲ ਸਕਦੇ ਹੋ, ਕੁਛ ਵੀ ਕ੍ਰੀਏਟ ਕਰ ਸਕਦੇ ਹੋ, ਇਹ ਇੱਕ ਸੰਭਾਵਨਾ ਹੈ। ਦਿਸ ਇਜ਼ ਅ ਥਿਊਰੀ ਆਫ ਪੋਸੀਬਿਲਿਜ਼ਮ। ਐਂਡ ਇੱਕ ਇਸ ਦੇ ਕਾਊਂਟਰ ਦੇ ਵਿੱਚ ਆਈ ਸੀ ਥਿਊਰੀ ਆਫ ਡਿਟਰਮਿਨਿਜ਼ਮ। ਡਿਟਰਮਿਨਿਜ਼ਮ ਕਹਿ ਲਓ, ਜਾਂ ਇਹਨੂੰ ਤੁਸੀਂ ਪੰਜਾਬੀ ਦੇ ਵਿੱਚ ਨਿਸ਼ਚੈਵਾਦ ਕਹਿ ਲਓ। ਇਹ ਤੁਹਾਡੀ ਜੋ ਥਿਊਰੀ ਸੀਗੀ, ਇਹਦੇ ਮੇਨ ਜੋ ਰਾਈਟਰਸ ਹੋਏ ਨੇ ਜਾਂ ਇਹਨਾਂ ਦੇ ਸਪੋਰਟਰਸ ਹੋਏ ਨੇ, 3-4 ਜਾਣੇ ਹੋਏ ਨੇ। ਉਹਨਾਂ ਦੇ ਵਿੱਚੋਂ ਰਿਟਰ ਸੀ ਰੈਟਜ਼ਲ, ਐਲਨ ਸੈਂਥਿਊਅਲ ਅਤੇ ਇੱਕ ਸੀਗੇ ਹਟਿੰਗਟਨ। ਇਹਨਾਂ ਨੇ ਕਿਹਾ ਸੀ, ਕਹਿੰਦੇ ਮਨੁੱਖ ਦੇ ਜੋ ਵੀ ਕੰਮ ਨੇ, ਕਹਿੰਦੇ ਮਨੁੱਖ ਦੇ ਜੋ ਵੀ ਕੰਮ ਨੇ ਉਹ ਪਹਿਲਾਂ ਤੋਂ ਨਿਰਧਾਰਿਤ ਕੀਤੇ ਹੋਏ ਨੇਗੇ। ਇੱਕ ਨਿਸ਼ਚੈਵਾਦ ਹੈ ਇਹਦੇ ਵਿੱਚ ਸੰਭਾਵਨਾ ਨਹੀਂ ਹੈ। ਨਿਸ਼ਚੈਵਾਦ ਇਹਦੇ ਵਿੱਚ ਆ ਰਿਹਾ ਹੈਗਾ ਕਿ ਸਾਰਿਆਂ ਤੋਂ ਪਹਿਲਾਂ ਜੋ ਉਹਨੂੰ ਕੰਮ ਨੇ, ਇੱਕ ਸੈਕਟਰ ਹੈਗਾ, ਇੱਕ ਪ੍ਰੋਵਾਈਡ ਕੀਤਾ ਗਿਆ, ਇਹੀ ਕੰਮ ਉਹਦੇ ਨਿਸ਼ਚਿਤ ਕੀਤੇ ਗਏ ਨੇ, ਅਤੇ ਇੰਨੀ ਕਿ ਉਹਨੂੰ ਫਰੀਡਮ ਹੈ ਜਿਸ ਦੇ ਅਨੁਸਾਰ ਉਹਨੇ ਕੰਮ ਕਰਨਾ ਹੈ। ਅਤੇ ਬਹੁਤ ਹੀ ਘੱਟ ਫਰੀਡਮ ਹੈ, ਬਹੁਤ ਹੀ ਘੱਟ ਫਰੀਡਮ ਦਾ ਇੱਕ ਏਰੀਆ ਜਿਹਦੇ ਵਿੱਚ ਉਹ ਆਪਦੇ ਅਨੁਸਾਰ ਇੱਧਰ ਉੱਧਰ ਜਾ ਸਕਦਾ ਜਾਂ ਕੰਮ ਕਰ ਸਕਦਾ। ਸਾਰਾ ਕੁਛ ਉਹਦਾ ਪਹਿਲਾਂ ਨੂੰ ਡਿਟਰਮਿਨ ਕੀਤਾ ਹੋਇਆ ਜੋ ਉਸਨੇ ਚੀਜ਼ਾਂ ਕਰਨੀਆਂ ਨੇ। ਇਹ ਤੁਹਾਡੀਆਂ ਜਿਓਗ੍ਰਾਫੀ ਦੇ ਰਿਲੇਸ਼ਨ ਦੇ ਵਿੱਚ ਜੋ ਥਿਊਰੀਜ਼ ਆਈਆਂ ਆਪਣੇ ਲਈ 20ਵੀਂ ਸਦੀ ਦੇ ਵਿੱਚ, ਜੋ ਕਿ ਕੁਛ ਇੰਪੋਰਟੈਂਟ ਨੇ, ਉਹ ਆਪਾਂ ਡਿਸਕਸ ਕੀਤੀਆਂ। ਹੁਣ ਆਪਾਂ ਅਗਰ ਜਿਓਗ੍ਰਾਫੀ ਦੀ ਇੱਕ ਡੈਫੀਨੇਸ਼ਨ ਦੀ ਗੱਲ ਕਰੀਏ, ਕਾਫੀ ਸਾਰੀਆਂ ਡੈਫੀਨੇਸ਼ਨਸ ਬਣਦੀਆਂ ਨੇ, ਬਟ ਆਪਾਂ ਇੰਪੋਰਟੈਂਟ ਦੀ ਗੱਲ ਕਰ ਲੈਂਦੇ ਹਾਂ, ਜਿਸ ਦੇ ਵਿੱਚੋਂ ਸਟ੍ਰੈਬੋ ਦੀ ਇੱਕ ਇੰਪੋਰਟੈਂਟ ਡੈਫੀਨੇਸ਼ਨ ਬਣਦੀ ਹੈ। ਉਸਨੇ ਕਿਹਾ, ਕਹਿੰਦਾ ਭੂਗੋਲ ਇੱਕ ਇਹੋ ਜਿਹਾ ਸੁਤੰਤਰ ਵਿਸ਼ਾ ਹੈ ਜਿਸ ਦਾ ਉਦੇਸ਼ ਹੈ ਕਿ ਲੋਕ ਵਿਸ਼ਵ, ਆਕਾਸ਼ ਦੇ ਪਿੰਡ, ਸਥਲ, ਮਹਾਸਾਗਰ, ਜੀਵ ਜੰਤੂ, ਵਨਸਪਤੀ, ਫਲ ਤਥਾ ਧਰਾਤਲ, ਜੋ ਤੁਹਾਡੀ ਧਰਤੀ ਹੋ ਗਈ, ਇਹਦੇ ਬਾਰੇ ਦੇਖੀ ਜਾਣ ਵਾਲੀਆਂ ਜਿੰਨੀਆਂ ਵੀ ਵਸਤੂਆਂ ਨੇ ਉਹਨਾਂ ਦੇ ਬਾਰੇ ਗਿਆਨ ਪ੍ਰਾਪਤ ਕਰ ਸਕਣ। ਇਹ ਤੁਹਾਡੀ ਸਟ੍ਰੈਬੋ ਦੀ ਡੈਫੀਨੇਸ਼ਨ ਸੀਗੀ ਵਿਦ ਰਿਗਾਰਡ ਆਫ ਜਿਓਗ੍ਰਾਫੀ ਜਾਂ ਭੂਗੋਲ।
एक होर जो इंपॉर्टेंट बनती है, कार्ल रिटर की यह बनी हुई है। भूगोल कहता एक विज्ञान है जिस दे विच पृथ्वी नूं स्वतंत्र ग्रह के रूप के मान्यता देंदे हुए ਉਹਦੇ जो लक्षण नेगे ਜਾਂ ਘਟਨਾਵਾਂ ਨੇਗੀਆਂ ਜਾਂ जो भी ਉਹਦੇ ਸੰਬੰਧ ਬਣੇ ਨੇਗੇ ਆਲੇ ਦੁਆਲੇ ਦੇ, ਉਹਦੇ ਸਾਰਿਆਂ ਦੀ ਇੱਕ ਸਟੱਡੀ ਹੈ, ਉਹਨੂੰ ਭੂਗੋਲ ਬੋਲਿਆ ਜਾਂਦਾ ਹੈ। ਹੁਣ ਆਪਾਂ ਇਹ ਦੇਖਿਆ ਜੋ ਤੁਹਾਡਾ ਜਿਓਗ੍ਰਾਫੀ ਟੌਪਿਕ ਹੈ, ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਇੱਕ ਏਜ ਤੱਕ 20ਵੀਂ ਸਦੀ ਤੱਕ ਤੁਸੀਂ ਕਹਿ ਸਕਦੇ ਹੋ ਇਹ ਤੁਹਾਡਾ ਜਿਓਗ੍ਰਾਫੀ ਟੌਪਿਕ ਜਾਂ ਭੂਗੋਲ ਧਰਤੀ ਦੇ ਆਲੇ ਦੁਆਲੇ ਹੀ ਘੁੰਮ ਰਿਹਾ। बट मनुख ने काफ़ी ज़्यादा तरक्की कर ली है, काफ़ी ज़्यादा इंटैलीजेंस डेवलप हो गई है, तो उस तो बाद भी आपां नूं पता लग्या इंटैलीजेंस डेवलप हुई। ईवन कि जो तक तुहाडे लवे सोर्सिस भी नहीं सी 1500 ईस्वी 1600 ईस्वी, उदों भी तुहाडे कोल बहुत ही वधिया बड़े बड़े विग्यानी आए ने जिन्हां ने कि कहा कि नहीं जो धरती है वह सूरज के आले दुआले घूमती है, सूरज धरती के आले दुआले नहीं घूमता। सिर्फ इन्नी गल कहण करके ही उन्होंने कतल कर दिता गया सी। इस तरह के विज्ञानी आए ने, बट उस टाइम जो सोर्सिस सी काफ़ी ज़्यादा लिमिटेड सी, जो कि तुहानूं एग्जाम्पल्स दे सकन, वो इदां दे नहीं सी। बट आपां नूं हुण सब पता कि नहीं सिर्फ धरती नहीं है, भूगोल दे विच जां जियोग्राफी दे विच काफ़ी ज़्यादा पार्ट तुहाडे कोल आउंदे नेगे जो स्टडी करन दे लायक नेगे। हुण तुहाडा भूगोल दे विच आपां जो मेन टॉपिक्स आ गए, पहले टॉपिक तो ही आपां स्टार्ट कर रहे हैं, वो है जी यूनीवर्स, जब पंजाबी दे विच इहनूं तुसीं कह लो ब्रह्मंड। ये भी हुण जियोग्राफी का ही एक टॉपिक है। आप इस दे बारे गल कर देंगे ब्रह्मंड के बारे। अज फिर मैं तुहानूं एक सुजैशन दे रहा जो तुहानूं पहलां भी डिस्कशन क्लास दे विच दित्ता सी, जो तुहानूं टॉपिक्स लगन जिद्दां इदां तुसीं क्लास लगा रहे हो, प्लीज़ अपने नोट्स नाल दी नाल तैयार करते रहना। हाँ, कुछ ज़्यादा फैक्चुअल पार्ट्स होंगे जिद्दां कि नेम हो गया, डेट्स हो गया, ये तुहानूं इन्हां दे पॉइंटर्स प्रोवाइड करा दिते जाणगे अकैडमी के टैलीग्राम चैनल पर, वो तुहानूं प्राप्त हो जाएंगे। बट जो कंसैप्ट जिथे होएगा उत्थों एक ध्यान दे नाल उहनूं सुन लेना ताकि तुसीं वो कंसैप्ट समझ सको, तो कंसैप्ट के बेसिस ते समझण दे नाल ही तुसीं वो जो नाम वगैरह ने जां तुहाडे क्वेश्चन आउण दे जो मास्टर केडर दे विच चांसिस ने, वो उन्हां दा एक तुहाडा एक सिनेरियो क्रिएट हुंदा रहे, तो उहदे नाल तुसीं एक मूवी की तरह उहनूं चला सको। चलो जी, हुण आपां देखदे हां ब्रह्मंड। ब्रह्मंड दे विच की है, एक छोटे अणु तो लैके एटम तो लैके, एटम तो भी छोटे पार्ट तो लैके जो भी तुहाडी वड्डी तो वड्डी चीज़ है, कुछ भी कह लो, गैलेक्सीज कह लो तुसीं इहदे विच, वो भी इहदे विच ही आउणगीਆਂ ने। सारा कुछ पार्ट जो भी हुण अवेलेबल है, सारा ब्रह्मंड आ, सारा ही यूनीवर्स है, सारा इहदे विच कंटेन्ड है जी। हुण इहदे लई एक आपां तुहाडे लई एक मैं स्टोरी लैके आ रहे हैं इस चीज़ को समझने लई। फैक्चुअल पार्ट्स होंगे करते रहांगे, नाल दे नाल हो जाएंगे, पॉइंटर्स भी प्रोवाइड हो जाएंगे तुहानूं। तुसीं एक बार देख लो कि सारा कुछ होया किदां, किवें सारा कुछ डेवलप होया ते किवें किवें सी सारा कुछ। इस टाइम के लिए तुसीं अगर हैडफोन्स लगे ने, ईयरफोन्स लगे, तो वो सुन के सिर्फ तुसीं अखां बंद करके सुन सकते हो जो आपां क्रिएट करन जा रहे हुण। इमैजिन करो जी, तुसीं खड़े हो, मैं तुहाडे नाल आ, तुसीं देख रहे हो सारा कुछ सामने, तुसीं देख रहे हो, तुहानूं कुछ भी नहीं दिख रहा, सिर्फ एक ओनली बिंदु पॉइंट, कुछ भी एग्जिस्ट नहीं कर रहा, ना सन, ना कोई धरती, ना कोई प्लैनेट, कुछ भी नहीं, सिर्फ एक पॉइंट तुसीं देख रहे हो, तुहाडे सामने दिख रहा पॉइंट, उसनूं तुसीं देखी जा रहे हो, तुहाडी एग्जिस्टेंस ही सारी उस पॉइंट ते बनी हुई है, सिर्फ वो देख रहे हो तुसीं। देखते देखते की होंदा है, तुहाडा पॉइंट है जो वो एक्सप्लोड होना स्टार्ट हो जाता है। पॉइंट की है, एक ब्लास्ट होना स्टार्ट हो जाता है, तो यह पॉइंट छोटे जे चानण तो वाधा इन्ना काफ़ी ज़्यादा होता रहता है, तो तुसीं सारा कुछ देख रहे हो सामने, तुहाडे सामने सारी एक्सप्लोजन हो रही है, तुहाडे सामने बहुत ही ज़्यादा इत्थे एक बड़ा अग का गोला तैयार हो रहा है, तो अग का गोला लगातार ही फैलता जा रहा है, एक ब्लास्ट हो ही जा रहा है, तुसीं उस चीज़ को महसूस कर रहे हो। उहदे विचों ही तुसीं देख रहे होगे कि उहदे विचों ही काफ़ी ज़्यादा गैसेस निकल रही ने, उहदे विचों ही कई तरह दीयां एनर्जीज बाहर आ रही ने, ठीक है जी। कुछ भी है जो अज की एग्जिस्टेंस दे विच है, उस चीज़ का एक पार्टिकल है, चाहे तुसीं हो चाहे मैं हाँ। हुण ये चीज़ां बाहर आ रही ने, तुसीं देख रहे हो कि सब कुछ बाहर आ रहा है। थोड़ा तुसीं
ਪਿੱਛੇ ਨੂੰ ਹਟੇ, ਮੈਂ ਤੁਹਾਨੂੰ ਦੂਰ ਲੈ ਕੇ ਗਿਆ, ਥੋੜ੍ਹਾ ਪਿੱਛੇ ਆਏ ਆਪਾਂ, ਥੋੜ੍ਹਾ ਉਸ ਦੀ ਅੱਗ ਤੋਂ ਬਚਣ ਲਈ ਇੱਕ ਸੇਫ ਏਰੀਆ ਕ੍ਰੀਏਟ ਕੀਤਾ, ਅਤੇ ਉਹ ਹਜੇ ਵੀ ਫੈਲਦਾ ਜਾ ਰਿਹਾ ਅਤੇ ਫਿਰ ਇਵੈਂਚੁਅਲੀ ਤੁਹਾਨੂੰ ਜਿੱਥੇ ਵੀ ਤੁਹਾਡਾ ਸੇਫ ਏਰੀਆ ਸੀ ਤੁਸੀਂ ਉਸੇ ਦੇ ਵਿੱਚ ਆ ਜਾਂਦੇ ਹੋ, ਉਹ ਫੈਲਦਾ ਤੁਹਾਡੇ ਤੋਂ ਵੀ ਅੱਗੇ ਟੱਪ ਜਾਂਦਾ, ਤੁਸੀਂ ਹਜੇ ਵੀ ਦੇਖੀ ਜਾ ਰਹੇ ਹੋ। ਜਿੰਨਾ ਉਹ ਪੁਆਇੰਟ ਹੈ ਜੋ ਫੈਲਦਾ ਜਾ ਰਿਹਾ, ਦੂਰ ਦੂਰ ਤੱਕ ਜਾਂਦਾ ਜਾ ਰਿਹਾ ਹੈਗਾ, ਉਹਦੇ ਨਾਲ ਕੀ ਹੋ ਰਿਹਾ ਹੈਗਾ, ਜਿੰਨਾ ਦੂਰ ਫੈਲੀ ਜਾ ਰਿਹਾ ਓਨਾ ਹੀ ਜ਼ਿਆਦਾ ਉਹ ਅੱਗ ਦਾ ਗੋਲਾ ਮੱਧਮ ਹੋਈ ਜਾ ਰਿਹਾ, ਜਾਣੀ ਕਿ ਠੰਡਾ ਹੁੰਦਾ ਜਾਂਦਾ। ਜ਼ਿਆਦਾ ਠੰਡਾ ਹੋਈ ਜਾਊਗਾ, ਰੌਸ਼ਨੀ ਘਟਦੀ ਜਾਊਗੀ, ਸਪੇਸ ਡਾਰਕਨੈਸ ਕ੍ਰੀਏਟ ਹੁੰਦੀ ਜਾਂਦੀ ਰਹਿੰਦੀ ਹੈ, ਉਹਦੇ ਵਿੱਚੋਂ ਗੈਸਿਸ ਨਿਕਲ ਰਹੀਆਂ ਨੇ। ਗੈਸਿਸ ਦੇ ਤੁਸੀਂ ਦੇਖ ਰਹੇ ਹੋ, ਸੱਜੇ ਦੇਖ ਰਹੇ ਹੋ, ਖੱਬੇ ਦੇਖ ਰਹੇ ਹੋ, ਸਾਰੇ ਕਲਾਊਡਸ ਬਣ ਰਹੇ ਨੇ, ਤਾਂ ਗੈਸਿਸ ਇੱਧਰ ਉੱਧਰ ਘੁੰਮ ਰਹੀਆਂ ਨੇ, ਸਾਰਾ ਕੁਝ ਹੋ ਰਿਹਾ ਹੈ। ਫਿਰ ਤੁਸੀਂ ਦੇਖਣਾ ਸਟਾਰਟ ਕੀਤਾ ਕਿ ਗੈਸਿਸ ਦਾ ਇੱਕ ਬਹੁਤ ਹੀ ਸਾਰਾ ਵੱਡਾ ਬੱਦਲ ਸੀਗਾ, ਆਲੇ ਦੁਆਲੇ ਗੈਸਿਸ ਹੋ ਰਹੀਆਂ ਸੀ, ਕੰਡੈਂਸਨ ਹੋ ਰਹੀਆਂ ਸੀ। ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਗੈਸਿਸ ਨੇ ਉਹਦੇ ਵਿੱਚ ਛੋਟੇ ਛੋਟੇ ਟਿਮਕਣੇ ਬਣਨੇ ਸ਼ੁਰੂ ਹੋ ਗਏ, ਛੋਟੇ ਛੋਟੇ ਤੁਹਾਨੂੰ ਟਿਮਕਣੇ ਦਿਖਾਈ ਦੇ ਰਹੇ ਨੇਗੇ, ਛੋਟੇ ਛੋਟੇ, ਕੁਝ ਇੱਧਰ ਚਮਕ ਰਿਹਾ, ਕੁਝ ਇੱਧਰ ਚਮਕ ਰਿਹਾ, ਕੁਝ ਇੱਧਰ ਚਮਕ ਰਿਹਾ, ਇੱਧਰ ਚਮਕ ਰਿਹਾ ਹੈਗਾ, ਸਾਰੇ ਤੁਸੀਂ ਦੇਖ ਰਹੇ ਹੋ। ਉਹ ਟਿਮਕਣੇ ਕੀ ਨੇ? ਹੁਣ ਤੁਸੀਂ ਕਾਫੀ ਦੂਰ ਤੋਂ ਦੇਖ ਰਹੇ ਹੋਗੇ, ਤੁਸੀਂ ਉਹਨਾਂ ਦੇ ਨਜ਼ਦੀਕ ਨਹੀਂ ਹੋ, ਕਾਫੀ ਦੂਰ ਦਾ ਨਜ਼ਾਰਾ ਸਾਰਾ ਦੇਖ ਰਹੇ ਹੋਏ। ਉਹ ਟਿਮਕਣੇ ਕੀ ਨੇ? ਟਿਮਕਣੇ ਉਹ ਤੁਹਾਡੇ ਐਕਚੁਅਲ ਦੇ ਵਿੱਚ ਸਨ ਕ੍ਰੀਏਟ ਹੋ ਰਹੇ ਨੇ, ਸੂਰਜ ਕ੍ਰੀਏਟ ਹੋ ਰਹੇ ਨੇ, ਉਹ ਜੋ ਤੁਹਾਡੇ ਗੈਸ ਦੇ ਬੱਦਲ ਬਣੇ ਹੋਏ ਸੀ, ਜੋ ਤੁਹਾਡੇ ਗੈਸ ਦੇ ਬੱਦਲ ਬਣੇ ਹੋਏ ਸੀ, ਉਹਨਾਂ ਨੂੰ ਬੋਲਦੇ ਨੇ ਨੈਬੂਲਾ। ਇਹਨਾਂ ਨੂੰ ਬੋਲਦੇ ਨੇ ਨੈਬੂਲਾ। ਨੈਬੂਲਾ ਦੇ ਵਿੱਚ ਬੱਦਲ ਕ੍ਰੀਏਟ ਹੋਣ ਲੱਗੇ, ਬੱਦਲਾਂ ਦੇ ਨਾਲ ਜੋ ਗੈਸ ਸੀ ਤੁਹਾਡੀ, ਗੈਸਿਸ ਦਾ ਹੀ ਨੈਬੂਲਾ ਬਣਿਆ ਸੀ। ਉਸੇ ਦੇ ਵਿੱਚ ਇੱਕ ਜਗ੍ਹਾ ਗੈਸ ਇਕੱਠੀ ਹੋ ਕੇ ਜਿੱਥੇ ਉਹਦੇ ਲੋੜੀ ਦੇ ਤੱਤ ਉਹਨਾਂ ਨੂੰ ਪ੍ਰਾਪਤ ਹੋਏ, ਜਿੱਥੇ ਉਹਨਾਂ ਦੀ ਲੋੜੀ ਦੀ ਕੈਮੀਕਲ ਕੰਪੋਜੀਸ਼ਨ ਹੋਈ, ਉਹਨਾਂ ਨੇ ਕੰਡੈਂਸ ਹੋਣਾ ਸ਼ੁਰੂ ਕਰ ਦਿੱਤਾ। ਜੋ ਕੰਡੈਂਸ ਹੋਇਆ ਤਾਂ ਛੋਟੇ ਜਿਹੇ ਪਾਰਟ ਬਣਿਆ, ਛੋਟੇ ਪਾਰਟ ਦੀ ਗ੍ਰੈਵਿਟੀ ਬਣੀ, ਤਾਂ ਬਾਕੀ ਦੀ ਗੈਸ ਉਹਦੇ ਆਲੇ ਦੁਆਲੇ ਰਨ ਕਰਨੀ ਸ਼ੁਰੂ ਕਰ ਦਿੱਤੀ, ਅਤੇ ਗ੍ਰੈਵਿਟੀ ਦੇ ਨਾਲ ਉਹ ਜੁੜਨੇ ਸ਼ੁਰੂ ਹੋ ਗਏ, ਅਤੇ ਉਹਨਾਂ ਦੇ ਅੰਦਰ ਜੁੜਨ ਤੋਂ ਬਾਅਦ ਉਹਨਾਂ ਦੇ ਅੰਦਰ ਦੇ ਐਟਮਸ ਟਕਰਾਉਣ ਲੱਗੇ, ਅਤੇ ਉਹ ਚਾਨਣ ਪ੍ਰੋਡਿਊਸ ਕਰਨ ਲੱਗੇ ਕਿ ਉਹ ਸੂਰਜ ਬਣ ਗਏ, ਲਗਾਤਾਰ ਬਲਾਸਟ ਹੁੰਦਾ ਇੱਕ ਸਟਾਰ। ਇੱਦਾਂ ਦੇ ਸੂਰਜ ਤੁਹਾਡੇ ਪ੍ਰੋਡਿਊਸ ਹੋ ਗਏ। ਚਲੋ ਜੀ, ਨੈਬੂਲਾ ਤੋਂ ਪ੍ਰੋਡਿਊਸ ਹੋਏ। ਹੁਣ ਤੁਹਾਡਾ ਜੋ ਬਲਾਸਟ ਹੋਇਆ ਸੀ ਉਹਦੇ ਵਿੱਚੋਂ ਗੈਸਿਸ ਦੇ ਨਾਲ ਸਨ ਪ੍ਰੋਡਿਊਸ ਹੋਇਆ, ਉਸ ਦੇ ਵਿੱਚੋਂ ਹੀ ਗੈਸਿਸ ਤੋਂ ਬਾਅਦ ਜਦੋਂ ਪ੍ਰੋਡਿਊਸ ਹੋਈ ਸੀ ਤਾਂ ਉਸ ਤੋਂ ਬਾਅਦ ਤੁਹਾਡੇ ਐਟਮਸ ਬਣਨੇ ਸ਼ੁਰੂ ਹੋਏ ਕੁਛ ਬਿਲੀਅਨ ਸਾਲ ਬਾਅਦ। ਜਦੋਂ ਤੁਹਾਡਾ ਬਲਾਸਟ ਹੋਇਆ, ਤੁਸੀਂ ਦੇਖ ਰਹੇ ਹੋ ਕਿ ਐਟਮ ਬਣ ਰਹੇ ਨੇ, ਐਟਮ ਆਪਸ ਦੇ ਵਿੱਚ ਰਲ ਕੇ ਕੀ ਬਣਾ ਰਹੇ ਨੇ? ਮੈਟਰ। ਉਹ ਤੁਹਾਡਾ ਮੈਟਰ ਕ੍ਰੀਏਟ ਕਰ ਰਹੇ ਨੇ, ਐਟਮਸ ਆਪਸ ਦੇ ਵਿੱਚ ਜੁੜ ਕੇ ਇੱਕ ਮੈਟਰ ਕ੍ਰੀਏਟ ਕਰ ਰਹੇ ਨੇ, ਜੋ ਗਲੈਕਸੀ ਦੇ ਵਿੱਚ ਪਾਇਆ ਜਾਂਦਾ ਗਾ, ਜਾਂ ਆਪਣਾ ਜਿੰਨਾ ਵੀ ਆਲੇ ਦੁਆਲੇ ਆਪਾਂ ਦੇਖ ਰਹੇ ਆਪਾਂ ਮੈਟਰ ਦੇ ਹੀ ਬਣੇ ਹੋਏ ਆ। ਹੁਣ ਇਹ ਮੈਟਰ ਸੀਗੇ, ਇੱਥੇ ਤੁਹਾਡੇ ਸਨ ਕ੍ਰੀਏਟ ਹੋ ਗਏ, ਇੱਥੇ ਹੁਣ ਮੈਟਰ ਬਣ ਗਿਆ। ਸਨ ਕਿਸ ਚੀਜ਼ ਨਾਲ ਕ੍ਰੀਏਟ ਹੋਇਆ? ਕੋਈ ਇਹਦੀ ਕੋਰ ਬਣੀ, ਆਲੇ ਦੁਆਲੇ ਇਹਦੇ ਗੈਸਿਸ ਫਿਰਨ ਲੱਗੀਆਂ ਗ੍ਰੈਵਿਟੀ ਨਾਲ, ਓਬਵੀਅਸਲੀ ਗ੍ਰੈਵਿਟੀ ਦੀ ਆਊਟਪੁੱਟ ਹੋਈ ਸਨ ਇੱਕ, ਕਿਉਂਕਿ ਗੈਸਿਸ ਆਲੇ ਦੁਆਲੇ ਕੰਡੈਂਸ ਹੋਣ ਲੱਗੀਆਂ, ਭਾਰੀ ਹੋ ਕੇ, ਠੰਡੀਆਂ ਹੋ ਕੇ ਉਹਦੇ ਨਾਲ ਮਿਲਣ ਲੱਗੀਆਂ, ਅਤੇ ਉਹਦੇ ਨਾਲ ਬਲਾਸਟ ਦੇ ਨਾਲ ਸਨ ਐਨਰਜੀ ਪ੍ਰੋਡਿਊਸ ਕਰਨ ਲੱਗਿਆ। ਹੁਣ ਜਦੋਂ ਗੈਸਿਸ ਤੁਹਾਡੀਆਂ ਗ੍ਰੈਵਿਟੀ ਦੇ ਨਾਲ ਅਟਰੈਕਟ ਹੋ ਗਈਆਂ ਤਾਂ ਤੁਹਾਡਾ ਮੈਟਰ ਗ੍ਰੈਵਿਟੀ ਦੇ ਨਾਲ ਅਟਰੈਕਟ ਕਿਉਂ ਨਹੀਂ ਹੋਊਗਾ ਬਈ? ਇੱਕ ਸਨ ਬਣ ਗਿਆ, ਮਾਸ ਉਹਦਾ ਕਾਫੀ ਜ਼ਿਆਦਾ, ਆਲੇ ਦੁਆਲੇ ਦਾ ਮੈਟਰ ਜੋ ਉਹਦੇ ਘੁੰਮਦਾ ਸੀਗਾ, ਸਨ ਹੈ ਤੁਹਾਡਾ, ਇਹਦੇ ਆਲੇ ਦੁਆਲੇ ਜਿੰਨਾ ਮੈਟਰ ਘੁੰਮਦਾ ਸੀ, ਜਿੰਨੀਆਂ ਗੈਸਿਸ ਘੁੰਮਦੀਆਂ ਸੀ, ਸਾਰੀਆਂ ਇਹਦੇ ਆਲੇ ਦੁਆਲੇ ਬਣਨ ਲੱਗ ਗਈਆਂ। ਇੱਕ ਬਣਦਾ ਹੋਇਆ ਇੱਕ ਡਿਸਕ ਦੀ ਤਰ੍ਹਾਂ ਇੱਥੇ ਕਲਾਊਡ ਤਿਆਰ ਹੋ ਗਿਆ। ਹੁਣ ਡਿਸਕ ਦੀ ਤਰ੍ਹਾਂ ਜੀ ਕਲਾਊਡ ਹੁੰਦਾ, ਸਨ ਹੈ ਉਹਦੇ ਆਲੇ ਦੁਆਲੇ ਇੱਕ ਡਿਸਕ ਦੀ ਤਰ੍ਹਾਂ ਕਲਾਊਡ ਚੱਲ ਰਿਹਾ ਹੈਗਾ। ਹੁਣ ਇਸ ਦੇ ਜਿੱਦਾਂ ਹੀ ਜਿਸ ਹਿਸਾਬ ਨਾਲ ਤੁਹਾਡਾ ਸਨ ਕ੍ਰੀਏਟ ਹੋਇਆ ਸੀ ਗੈਸਿਸ ਨਾਲ, ਇਸੇ ਤਰ੍ਹਾਂ ਹੀ ਗੈਸਿਸ ਦੇ ਨਾਲ ਅਤੇ ਵਿੱਚ ਘੁੰਮਦੇ ਹੋਏ ਮੈਟਰ ਜਾਂ ਪੱਥਰ ਕਹਿ ਲਓ, ਕੁਛ ਵੀ ਸੀ, ਉਹਦੇ ਹਿਸਾਬ ਨਾਲ ਉਹਨਾਂ ਦੀ ਕੰਡੈਂਸੇਸ਼ਨ ਨਾਲ, ਉਹਨਾਂ ਦੇ ਐਕਸਪਲੋਜ਼ਨ ਨਾਲ, ਉਹਨਾਂ ਦੇ ਟਕਰਾਅ ਨਾਲ, ਉਹਨਾਂ ਦੀ ਫ੍ਰਿਕਸ਼ਨ ਦੇ ਨਾਲ ਤੁਹਾਡੇ ਕ੍ਰੀਏਟ ਹੋਏ ਜੀ ਇੱਥੇ ਤੁਹਾਡੇ ਬਣਨੇ ਸ਼ੁਰੂ ਹੋ ਗਏ ਪਲੈਨਟਸ, ਗ੍ਰਹਿ। ਇੱਥੇ ਜੀ ਤੁਹਾਡੇ ਪਲੈਨਟਸ ਬਣਨੇ ਸ਼ੁਰੂ ਹੋ ਗਏ, ਗ੍ਰਹਿ ਬਣਨੇ ਸ਼ੁਰੂ ਹੋ ਗਏ। ਗ੍ਰਹਿ ਹੁਣ ਬਣ ਰਹੇ ਸੀ, ਜਿੰਨਾ ਵੀ ਉਸ ਦੇ ਨਾਲ ਟਕਰਾਅ ਹੁੰਦਾ ਸੀ। ਹੁਣ ਆਪਾਂ ਸ਼ੁਰੂ ਤੋਂ ਦੇਖਿਆ ਜੋ ਤੁਹਾਡਾ ਸਨ ਗ੍ਰੈਵਿਟੀ ਨਾਲ ਤਿਆਰ ਹੋਇਆ, ਇੱਥੇ ਗ੍ਰੈਵਿਟੀ ਦੇ ਨਾਲ ਹੀ ਇਹ ਸਾਰਾ ਮੈਟਰ ਆਲੇ ਦੁਆਲੇ ਘੁੰਮਣ ਲੱਗਿਆ, ਅਤੇ ਗ੍ਰੈਵਿਟੀ ਨਾਲ ਹੀ ਤੁਹਾਡੇ ਇੱਥੇ ਪਲੈਨਟਸ ਬਣੇ। ਇੱਦਾਂ ਹੀ ਪਲੈਨਟਸ ਦੇ ਜੋ ਨਾਲ ਸੈਟੇਲਾਈਟਸ ਨੇ, ਜਿੱਦਾਂ ਆਪਣਾ ਮੂਨ ਹੈਗਾ, ਚੰਦ ਹੈਗਾ, ਚੰਦ ਦਾ ਨਾਮ ਹੈਗਾ ਲੂਨਾ। ਜੋ ਆਪਣਾ ਚੰਦ ਹੈ ਇਹ ਵੀ ਗ੍ਰੈਵਿਟੀ ਦੇ ਨਾਲ ਹੀ ਧਰਤੀ ਦੇ ਆਲੇ ਦੁਆਲੇ ਤਿਆਰ ਹੋਇਆ। ਜੋ ਮੈਟਰ ਘੁੰਮ ਰਿਹਾ ਸੀਗਾ ਉਹਦੇ ਨਾਲ ਘੁੰਮਦੇ ਤਿਆਰ ਹੋਇਆ ਇਹ ਗ੍ਰੈਵਿਟੀ ਦੇ ਨਾਲ, ਬਾਕੀ ਦੇ ਮੈਟਰ ਦੀ ਪਕੜ ਕਰਕੇ। ਅਤੇ ਇਸ ਚੀਜ਼ ਦੇ ਨਿਸ਼ਾਨ ਨੇ ਜੋ
कि तुहाडा चंद्रमा किस तरह तैयार होया। इस चीज़ के निशान तुसीं चंद्रमा दी पिक्स ते डायरैक्टली देख सकते हो, जो उस तरह के निशान वो बने हुए हैं जां उहदे वड्डे वड्डे क्रेटर्स बने हुए हैं जो तुहाडे एक इंपैक्ट तो तैयार होए। इंपैक्ट किहदा होया? एस्ट्रॉइड्स जो तुहाडे मीटरॉइड्स हो गए उहदे नाल टकराउण दा। एक बार चंद्रमा भी तुहाडा धरती नाल टकराया सी, उस तो बाद ही जिन्ना मैटर प्रोड्यूस होया चंद्रमा के आले दुआले घूमन लग गया। चंद्रमा तुहाडा धरती के बहुत ही ज़्यादा नेड़े रहा है पहलों के टाइम हुण दूर होंदा जा रहा। तो उस टाइम दी जो लहरां सी समुद्र दियां वो भी हज़ार हज़ार मीटर तक उच्चियां जांदियां सीगियां जिस टाइम चंद्रमा नेड़े से। इहदे नाल जी प्रोड्यूस होई चंद्रमा की तुहाडी क्लीयर पिक तुसीं नासा तो लओगे जां तुसीं गूगल ते सर्च करोगे तो तुहानूं सडनली पता लग जाएगा कि यह इंपैक्टफुल एक प्रोडक्शन हुई है चंद्रमा की, कि ਇਹਦੇ ਉੱਪਰ लगातार एस्ट्रॉइड्स की बारिश होंदी रही है तो उसे दी ग्रैविटी नूं पकड़ के यह ग्रैविटी दे नाल उन्होंने आपदे विच लिया के लगातार गोल चक्कर दे विच चलदे होए एक स्फेरिकल दे विच आया तो उस चीज़ तो प्रोड्यूस होया जिस तरह तुहाडी धरती प्रोड्यूस हुई। चलो जी इन्ना होया। सोलर सिस्टम अपना बनिया, आपां देखिया कि तुहाडा एक सूरज प्रोड्यूस होया सीगा क्लाउड्स तो। क्लाउड्स कित्थों प्रोड्यूस होए सीगे? तुहाडे एक पॉइंट तो। हुण जो ये पॉइंट हैगा यह एक थ्योरी है जी तुहाडी, इनू बोलते हैं बिग बैंग थ्योरी। ये थ्योरी बेसिकली दसदी है कि तुहाडा ऑबजर्वेबल यूनीवर्स है चाहे जिन्ना भी यूनीवर्स हैगा वो तुहाडा किस तरह बनया प्रोड्यूस होया। बट ये आ की जांदा गा इदा नहीं है कि एक थ्योरी है, ये रिलेटेड होर भी थ्योरियां ने यूनीवर्स किस तरह का बनया। बेसिक तुहाडे साइंटिस्ट ने जो बिग बैंग नूं बहुत ही ज़्यादा मन के चलते हैं, इनू बहुत ज़्यादा महत्वता दी जाती है, तां करके आपां भी सारे मनते हैं तो ये काफ़ी ज़्यादा फैक्ट्स भी बनते हैं क्योंकि क्यों इन्नी इंपॉर्टेंस दी जाती है। बिकॉज जिन्ना भी तुसीं हुण तक यूनीवर्स देख रहे हो, जिन्ना तुहाडा ऑबजर्वेबल यूनीवर्स हैगा छोटा वड्डा इत्थे गैलेक्सीज आ गई, जिन्ना भी तुहाडा ऑबजर्वेबल यूनीवर्स है वो लगातार एक्सपैंड होंदा जा रहा है। गैलेक्सीज एक दूजे तो दूर होंदियां जा रही हैं। ईवन कि तुहाडा जो चंद्रमा है वह भी धरती तो दूर होंदा जा रहा है, कुछ सेंटीमीटर हर साल वो दूर हो जाता है। इसे दे बेसिस ते पता लग्या जदों आपां हबल टैलीस्कोप भेजिया जां एक तुहाडा मैप मिशन भेजा गया 2000 दे विच, उस चीज़ ने यह अश्योर किया कि जिन्ना भी यूनीवर्स है तुहाडा वो सारा दूर दूर होंदा जा रहा है, एक्सपैंड कर रहा है। वो हुण एक्सपैंड करने का की कारण है? वो एक्सपैंड करने का यही कारण है कि किसी टाइम इत्थे सिंगुलैरिटी रही होगी, बिल्कुल नवीनता का एकीकरण रहा होगा, बिल्कुल छोटी चीज़ रही होगी तो जो ब्लास्ट होंदा तो एक्सपैंड करती जाती है तो अज तक भी वो एक्सपेंशन दे विच चल रही है वो चीज़। यह तुहाडा बिग बैंग की जो थ्योरी है उसनों प्रमाणित करने का सर्टिफाई करने का एक बहुत ही वैलिड पॉइंट बनता कि सिंगुलैरिटी तो ही सब कुछ बनेगा। इस तरह ही जो तुहाडे ब्लैक होल्स होंदे नेगे, ब्लैक होल्स दे विचों कहंदे लाइट बाहर नहीं जाती, बट साइंटिस्ट मानते हैं कि अजे तक पता नहीं लग्या कि किसी पॉइंट पर आके ब्लैक होल्स दे विच सिंगुलैरिटी हो सकती है, नीचे जाके बिल्कुल सिंगुलैरिटी हो सकती है जो आले दुआले की लाइट नूं भी अपने अंदर निचोड़ रही हैगी। वो तो इसे करके कह रहे हैं कि तुहाडा जो ऑबजर्वेबल यूनीवर्स है जिन्ना तुसीं देख लिया इन्ना ही नहीं हो भी सकता है कि यह जिन्ना तुसीं देख लिया यूनीवर्स वो एक कण ही होवे, इस तो बाद इस तरह के लखां ही कण फिरदे होण जिद्दां समुद्र दे विच फिरदे हुंदे नेगे, पानी दीयां बूंदां वांगू लखां करोड़ां हो सकते हैं। यह तुहाडी थ्योरी आ जाती है मल्टी यूनीवर्स की। यह जी मल्टी यूनीवर्स की थ्योरी है, बट इनू ज़्यादा जे एस्ट्रोनॉमिकल वाली ज़्यादा ये गलबात होंदी है अपने स्टडी रिलेटेड दे विच हजे बुक्स दे विच ये नहीं आई। एक इंपॉर्टेंट जां तुसीं कह सकते हो एक इंटरस्टिंग थ्योरी जरूर बनती हैगी ये, तां करके मैं तुहानूं इत्थे रैफर कर दिता। बट आपां गल कर रहे सी यूनीवर्स की जो अपना ऑबजर्वेबल यूनीवर्स हैगा। हुण इहदे विच की पाया जांदा है, हुण अपने लिए अर्थ क्रिएट हो गई सी, अर्थ तो आपां लैके चलदे आंगे हुण तुसीं जिथे जिथे बैठे हो जिथों जिथों हो तुसीं सिर्फ जिहड़ी जी स्थान ते हो उन्होंने नोट डाउन कर लो कित्थे तुसीं रहने हो, ठीक है जी। उस तो बाद दूजा पॉइंट ले लो तुसीं किहड़ी तुहाडी डिस्ट्रिक्ट है कि, उस तो बाद तुसीं तीजा पॉइंट ले लो तुसीं पंजाब दे विच हो,
उस तो बाद चौथा पॉइंट तुहाडी कंट्री आ गई, ठीक है जी। हुण कंट्री तुहाडी किहदे विच पाई जा रही है? एशिया दे विच पाई जा रही हैगी। एशिया हुण कॉन्टीनेंट काहदा हैगा? एक अर्थ दा, निबड़ गया। इत्थे तुहाडी अर्थ आ गई, ਇਹ ਤੁਹਾਡਾ ਇੱਕ ਪਲੈਨਟ ਹੈ ਅਰਥ। ਹੁਣ ਪਲੈਨਟ ਕਿਸ ਦੇ ਵਿੱਚ ਅਰਥ? ਇਹ ਅਰਥ ਜੀ ਉਹ ਤੁਹਾਡਾ ਪਲੈਨਟ ਹੈ ਜੀ। ਅਰਥ ਘੁੰਮਦੀ ਹੈਗੀ ਸਨ ਦੇ ਆਲੇ ਦੁਆਲੇ, ਸਨ ਦੇ ਆਲੇ ਦੁਆਲੇ ਘੁੰਮਦੀ ਹੈ। ਇਟ ਮੀਨਸ ਇਟ ਇਜ਼ ਇਨ ਅ ਸੋਲਰ ਸਿਸਟਮ, ਇਟ ਇਜ਼ ਅ ਪਾਰਟ ਆਫ ਸੋਲਰ ਸਿਸਟਮ। ਸੋਲਰ ਸਿਸਟਮ ਦਾ ਇੱਕ ਪਾਰਟ ਹੈ ਅਰਥ ਤੁਹਾਡੀ। ਹੁਣ ਸੋਲਰ ਸਿਸਟਮ ਕਿਸ ਦਾ ਪਾਰਟ ਹੈ? ਜਿੱਦਾਂ ਦਾ ਤੁਹਾਡਾ ਸਨ ਹੈ ਇੱਦਾਂ ਦੇ ਹੀ ਬਿਲੀਅਨਸ ਆਫ ਅਰਬਾਂ ਹੀ ਖਰਬਾਂ ਹੀ ਤੁਹਾਡੇ ਸਨ ਨੇਗੇ, ਜੋ ਇੱਕ ਸੈਂਟਰ ਹੈ ਉਹਦੇ ਵਿੱਚ ਬਲੈਕ ਹੋਲ ਹੈ, ਸੈਂਟਰ ਦੇ ਵਿੱਚ ਮਿਲਕੀ ਵੇ, ਆਕਾਸ਼ ਗੰਗਾ, ਜਿਹੜੇ ਉਹਦੇ ਗੇੜੇ ਕੱਢ ਰਹੇ ਹੈਗਾ ਆਲੇ ਦੁਆਲੇ। ਸਨ ਵੀ ਤੁਹਾਡਾ ਇੱਥੋਂ ਲੈ ਕੇ ਹੁਣ ਇਸ ਤਰ੍ਹਾਂ ਦੀ ਜੋ ਲੱਖਾਂ ਹੀ ਸਨ ਨੇ ਇੱਕ ਸੈਂਟਰ ਦਾ ਗੇੜਾ ਕੱਢ ਰਹੇ ਨੇ, ਉਹਨੂੰ ਬੋਲਦੇ ਨੇ ਜੀ ਗਲੈਕਸੀ। ਗਲੈਕਸੀ ਦਾ ਵਿੱਚ सन सेंटर ਦੇ ਵਿੱਚ ਤੁਹਾਡਾ ਬਲੈਕ ਹੋਲ ਹੈ ਤੇ ਬਿਲਕੁਲ ਇਸ ਸਾਈਡ ਤੇ ਕਿਨਾਰੇ ਜੇ ਤੇ ਥੋੜਾ ਸਨ ਪਾਇਆ ਜਾਂਦਾ ਹੈਗਾ। ਤੇ ਸਨ ਜਿੰਨੇ ਟਾਈਮ ਦੇ ਵਿੱਚ ਇੱਥੇ ਚੱਕਰ ਕੱਢਦਾ ਹੈਗਾ, ਜਿਵੇਂ ਅਰਥ ਇਹਦੇ ਜਿੰਨੇ ਟਾਈਮ ਚੱਕਰ ਕੱਢਦੀ ਆਪਾਂ ਉਹਨੂੰ ਇੱਕ ਸਾਲ ਬੋਲ ਦਿਆਂਗੇ। ਜੋ ਸਨ ਇੱਥੇ ਇੱਕ ਸਾਲ ਇੱਕ ਚੱਕਰ ਕੱਢਦਾ ਉਹਨੂੰ ਇੱਕ ਕੌਸਮਿਕ ਈਅਰ ਜਾਂ ਬ੍ਰਹਿਮੰਡ ਸਾਲ ਬੋਲਿਆ ਜਾਂਦਾ ਹੈਗਾ। ਹੁਣ ਤੁਹਾਡੇ ਕੋਲ ਗਲੈਕਸੀ ਆ ਗਈ। ਇਹ ਗਲੈਕਸੀ ਹੈ, ਇਸ ਤੋਂ ਨੇੜੇ ਆਪਣੇ ਲਈ ਸਾਰਿਆਂ ਨੂੰ ਨੇੜੇ ਇੱਕ ਗਲੈਕਸੀ ਹੋਰ ਪਾਈ ਜਾਂਦੀ ਹੈ ਜੀ, ਐਂਡਰੋਮੀਡਾ ਗਲੈਕਸੀ। ਸਪਾਇਰਲ ਦੇ ਵਿੱਚ ਆ ਉਹ ਐਂਡਰੋਮੀਡਾ ਗਲੈਕਸੀ, ਜੋ ਤੁਹਾਡੀ ਗਵਾਂਢਣ ਹੈ ਉਹ ਪਾਈ ਜਾਂਦੀ ਹੈ। ਇਸ ਤਰ੍ਹਾਂ ਦੀਆਂ ਹੀ ਗਲੈਕਸੀਜ਼ ਨੇ, ਸਨ ਤੋਂ ਮਿਲ ਕੇ ਲੱਖਾਂ ਅਰਬਾਂ ਸਨ ਤੋਂ ਬਣ ਕੇ ਗਲੈਕਸੀ ਬਣੀ, ਅਤੇ ਇਸ ਤਰ੍ਹਾਂ ਦੀਆਂ ਤੁਹਾਡੀਆਂ ਲੱਖਾਂ ਕਰੋੜਾਂ ਗਲੈਕਸੀਜ਼ ਮਿਲ ਕੇ ਇੱਕ ਤੁਹਾਡਾ ਬਣਦਾ ਜੀ ਲੋਕਲ ਗਰੁੱਪ। ਸਨ ਸੂਰਜ, ਸੂਰਜ ਤੋਂ ਬਾਅਦ ਗਲੈਕਸੀ, ਗਲੈਕਸੀ ਤੋਂ ਬਾਅਦ ਤੁਹਾਡੇ ਕੋਲ ਆ ਜਾਂਦਾ ਲੋਕਲ ਗਰੁੱਪ। ਸਨ ਦੇ ਵਿੱਚ ਪਲੈਨਟਸ ਆ ਗਏ ਜੀ, ਗਲੈਕਸੀ ਦੇ ਵਿੱਚ ਬਿਲੀਅਨਸ ਆਫ ਸਟਾਰ ਆ ਗਏ, ਲੋਕਲ ਗਰੁੱਪ ਦੇ ਵਿੱਚ ਤੁਹਾਡੇ ਕੋਲ ਮਿਲੀਅਨ ਬਿਲੀਅਨਸ ਗਲੈਕਸੀਜ਼ ਆ ਗਈਆਂ। ਹੁਣ ਤੁਹਾਡੇ ਕੋਲ ਜੋ ਲੋਕਲ ਗਰੁੱਪ ਬਣ ਗਿਆ, ਲੋਕਲ ਤਾਂ ਤੁਸੀਂ ਸਮਝ ਰਹੇ ਹੋ ਨੇੜੇ ਦਾ ਏਰੀਆ, ਲੋਕਲ ਗਰੁੱਪ ਬਣ ਗਿਆ। ਹੁਣ ਲੋਕਲ ਗਰੁੱਪ ਇੱਦਾਂ ਦੇ ਬਹੁਤ ਹੀ ਜ਼ਿਆਦਾ ਲੋਕਲ ਗਰੁੱਪ ਨੇ ਜੋ ਗਲੈਕਸੀਜ਼ ਨੂੰ ਕੰਟੇਨ ਕਰ ਰਹੇ ਨੇਗੇ, ਕੋਈ ਇਹਨਾਂ ਦੀ ਗਿਣਤੀ ਨਹੀਂ ਆ ਜੋ ਇਹਨਾਂ ਦੇ ਗਰੁੱਪ ਹੋਣ। ਫਿਰ ਉਸ ਤੋਂ ਬਾਅਦ ਲੋਕਲ ਗਰੁੱਪ ਤੋਂ ਬਾਅਦ ਤੁਹਾਡੇ ਕੋਲ ਕੀ ਆ ਜਾਂਦਾ ਜੀ? ਵਿਰਗੋ ਸੁਪਰ ਕਲਸਟਰ। ਹੁਣ ਜੋ ਤੁਹਾਡੇ ਲੋਕਲ ਗਰੁੱਪਸ ਆ ਗਏ, ਉਹ ਲੋਕਲ ਗਰੁੱਪਸ ਦੇ ਜੋ ਅੱਗੇ ਗਰੁੱਪ ਬਣਦੇ ਨੇਗੇ, ਜੋ ਅੱਗੇ ਜਾ ਕੇ ਇਹਨਾਂ ਦੀ ਸੈਟਲਮੈਂਟ ਹੁੰਦੀ ਹੈਗੀ, ਇੱਕ ਪਾਰਟ ਤਿਆਰ ਹੁੰਦਾ, ਤਾਂ ਤੁਸੀਂ ਉਹਨੂੰ ਬੋਲਦੇ ਹੋ ਵਿਰਗੋ ਸੁਪਰ ਕਲਸਟਰ। ਹੁਣ ਇਸ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਕਰੋੜਾਂ ਸੁਪਰ ਕਲਸਟਰ ਨੇ ਜੋ ਤੁਹਾਡੇ ਇੱਕ ਅੱਗੇ ਆ ਜਾਂਦਾ ਓਬਜ਼ਰਵੇਬਲ ਯੂਨੀਵਰਸ, ਜੋ ਤੁਹਾਡੇ ਯੂਨੀਵਰਸ ਦੇ ਵਿੱਚ ਇੱਦਾਂ ਦੇ ਲੱਖਾਂ ਹੀ ਕਰੋੜਾਂ ਵਿਰਗੋ ਸੁਪਰ ਕਲਸਟਰਸ ਪਾਏ ਜਾਂਦੇ ਨੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਇਸ ਚੀਜ਼ ਦੇ ਵਿੱਚ ਆ ਕੇ ਸਨ ਦੇ ਵੀ ਨੇੜੇ ਨਹੀਂ ਹੋ, ਅਰਥ 'ਤੇ ਤੁਸੀਂ ਇੱਕ ਕਮਰੇ ਜਾਂ ਕੁਰਸੀ 'ਤੇ ਬੈਠੇ ਹੋ, ਤੁਸੀਂ ਕਿੰਨੇ ਕੁ ਮਾਇਨੇ ਰੱਖਦੇ ਹੋ। ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਇੱਕ ਆਈਡੈਂਟੀਟੀ ਲੈ ਕੇ ਚੱਲਦੇ ਹਾਂ, ਬਟ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਅਸੀਂ ਕਿੱਥੇ ਐਗਜ਼ਿਸਟ ਕਰਦੇ ਹਾਂ। ਇਸ ਦੇ ਵਿੱਚ ਈਵਨ ਕਿ ਤੁਹਾਡੇ ਜੇ ਪੂਰੇ ਦਾ ਪੂਰਾ ਸੋਲਰ ਸਿਸਟਮ ਵੀ ਉੱਡ ਜਾਂਦਾ ਨਾ, ਅਰਥ ਛੱਡੋ, ਤੁਸੀਂ ਛੱਡੋ ਜਾਂ ਤੁਹਾਡਾ ਜਗ੍ਹਾ ਛੱਡੋ, ਪੂਰੇ ਦਾ ਪੂਰਾ ਸੋਲਰ ਸਿਸਟਮ ਵੀ ਖਤਮ ਹੋ ਜਾਂਦਾ, ਕਿਸੇ ਨੂੰ ਭਣਕ ਤੱਕ ਵੀ ਨਹੀਂ ਲੱਗੇਗੀ ਕਿ ਸੋਲਰ ਸਿਸਟਮ ਨਾਮ ਦਾ ਕੁਛ ਇੱਥੇ ਸੀ। ਐਡਾ ਵੱਡਾ ਤੁਹਾਡਾ ਬ੍ਰਹਿਮੰਡ ਪਾਇਆ ਜਾਂਦਾ ਜੀ। ਹੁਣ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਓਬਜ਼ਰਵੇਬਲ ਯੂਨੀਵਰਸ, ਯੂਨੀਵਰਸ ਬ੍ਰਹਿਮੰਡ ਓਬਜ਼ਰਵੇਬਲ ਤੁਹਾਡਾ ਕੀ ਹੋ ਗਿਆ? ਜਿੰਨਾ ਕੁ ਆਪਾਂ ਦੇਖ ਸਕੇ ਹਾਂ। ਇਹ ਇੱਕ ਲਿਮਟ ਰੱਖ ਰਹੇਗਾ ਕਿ ਜਿੰਨੀ ਕੁ ਤੁਸੀਂ ਦੇਖ ਸਕੇ ਹੋਗੇ ਓਨਾ ਯੂਨੀਵਰਸ। ਐ ਨਹੀਂ ਹੈ ਵੀ ਅੱਗੇ ਨਹੀਂ ਆ, ਅੱਗੇ ਬਹੁਤ ਜ਼ਿਆਦਾ ਹੋ ਵੀ ਸਕਦਾ ਹੈਗਾ, ਬਟ ਜਿੰਨਾ ਤੁਸੀਂ ਦੇਖ ਰਹੇ ਹੋ ਉਹਦੀ ਆਪਾਂ ਗੱਲ ਕਰ ਰਹੇ ਹਾਂ ਓਬਜ਼ਰਵੇਬਲ ਯੂਨੀਵਰਸ। ਚਲੋ ਜੀ, ਇਸ ਤੋਂ ਬਾਅਦ ਆਪਾਂ ਇੱਕ ਗੱਲ ਕਰ ਦਿਆਂਗੇ, ਇਹ ਜੋ ਡੈਫੀਨੇਸ਼ਨ ਆਈ ਹੈ ਤੁਹਾਡੀ ਬ੍ਰਹਿਮੰਡ ਦੀ ਮੋਸਟ ਆਫ ਬਿਗ ਬੈਂਗ ਥਿਊਰੀ ਦੀ ਹੈ, ਬਟ ਇੱਦਾਂ ਦੀਆਂ ਹੋਰ ਵੀ ਥਿਊਰੀਜ਼ ਆਈਆਂ ਨੇਗੀਆਂ। ਬਿਗ ਬੈਂਗ ਤੁਹਾਡੀ ਥਿਊਰੀ ਦਿੱਤੀ ਸੀਗੀ ਜਾਰਜ ਲੈਮੇਤਰ ਨੇ, ਜਾਰਜ ਲੈਮੇਤਰ, ਜਾਰਜ ਸਾਹਿਬ ਬੇਸਿਕਲੀ ਇਸ ਨੇ ਥਿਊਰੀ ਦਿੱਤੀ ਹੈ ਜੀ ਬਿਗ ਬੈਂਗ ਜਾਂ ਵੱਡਾ ਧਮਾਕਾ। ਵੱਡਾ ਧਮਾਕਾ ਥਿਊਰੀ ਜਾਰਜ ਬੈਂਗ ਦੀ ਹੈ।
तो इस तो बाद ही एक आई है तुहाडी स्टैडी स्टेट थ्योरी। ये दी है स्टैडी स्टेट दी है थॉमस गोल्ड एंड हरमन बॉडी ने। ਇਹਦੇ ਵਿੱਚ ਕੀ ਹੁੰਦਾ ਹੈਗਾ, ਇਹਦੇ ਕੋਈ ਜ਼ਿਆਦਾ ਮੱਥਾ ਮਾਰਨ ਦੀ ਲੋੜ ਨਹੀਂ ਹੈ, ਬਟ ਤੁਸੀਂ ਨਾਮ ਯਾਦ ਰੱਖ ਸਕਦੇ ਹੋ ਸਟੈਡੀ ਸਟੇਟ ਥਿਊਰੀ ਜਾਂ ਸਮਾਨਿਆ, ਇੱਕ ਸਮਾਨਿਆ ਥਿਊਰੀ। ਇਹਦੇ ਵਿੱਚ ਜੋ ਥਾਮਸ ਗੋਲਡ ਸੀ ਉਹਨਾਂ ਤੇ ਹਰਮਨ ਬॉडी ਉਹਨਾਂ ਦੀ ਥਿਊਰੀ ਸੀ, ਉਹਨਾਂ ਨੇ ਕਿਹਾ ਕਿ ਜੋ ਤੁਹਾਡਾ ਯੂਨੀਵਰਸ ਹੈ ਜੀ, ਨਾ ਤਾਂ ਉਹ ਐਕਸਪੈਂਡ ਕਰ ਰਿਹਾ ਹੈਗਾ ਅਤੇ ਨਾ ਹੀ ਕਹਿੰਦਾ ਉਹ ਕੰਟਰੈਕਟ ਕਰ ਰਿਹਾ, ਉਹ ਖੜ੍ਹਾ ਹੈ ਜਿੱਦਾਂ ਦਾ ਹੈ ਉੱਦਾਂ ਦਾ ਹੀ ਆ ਉਹ, ਨਾ ਕਦੇ ਕਹਿੰਦਾ ਉਹ ਐਂਡ ਸੀ ਉਹਦਾ ਅਤੇ ਨਾ ਹੀ ਕਦੇ ਉਹਦਾ ਕਹਿੰਦਾ ਕੋਈ ਬਿਗਨਿੰਗ ਸੀਗੀ, ਨਾ ਕਦੇ ਉਹ ਸ਼ੁਰੂ ਹੋਇਆ ਅਤੇ ਨਾ ਕਦੇ ਉਹ ਐਂਡ ਹੋ, ਬਸ ਇੱਦਾਂ ਹੀ ਹੈ, ਸਟੈਡੀ ਹੈ ਜਿੰਨਾ ਤੁਹਾਡਾ ਐਵੇਂ ਹੀ ਹੈ ਉਹ ਯੂਨੀਵਰਸ, ਹੋਰ ਕੁਛ ਨਹੀਂ ਹੈ ਇਹਦੇ ਵਿੱਚ। ਬੇਸਿਕਲੀ ਇਹਦੇ ਲਈ ਕੋਈ ਆਪਾਂ ਨੂੰ ਜ਼ਿਆਦਾ ਫੈਕਟਸ ਨਹੀਂ ਮਿਲੇ, ਜਾਂ ਇਹਦੇ ਨਾਲ ਮਿਲਦੇ ਹੋਏ ਤੁਸੀਂ ਕਹਿ ਸਕਦੇ ਹੋ ਕਿ ਇਹ ਕਹਿੰਦੇ ਦਾਅਵਾ ਪ੍ਰਮਾਣਿਤ ਕਰਨ ਵਾਲੀਆਂ ਖੋਜਾਂ ਨਹੀਂ ਮਿਲੀਆਂ, ਤਾਂ ਇਸ ਕਰਕੇ ਇਹਨੂੰ ਜ਼ਿਆਦਾ ਮੰਨਿਆ ਨਹੀਂ ਗਿਆ। ਅਤੇ ਇਹਨੂੰ ਓਬਵੀਅਸਲੀ ਇੱਕ ਸਥਾਨ ਵੀ ਨਹੀਂ ਦਿੱਤਾ ਜਾ ਸਕਦਾ ਜਦੋਂ ਆਪਾਂ ਨੂੰ ਦੱਸਿਆ ਹੈਗਾ, ਜੋ ਤੁਹਾਡੇ ਕੋਲ ਹਬਲ ਟੈਲੀਸਕੋਪ ਨੇ ਦੱਸਿਆ ਕਿ ਤੁਹਾਡਾ ਯੂਨੀਵਰਸ 13.2 ਮਿਲੀਅਨ ਤੋਂ ਸਟਾਰਟ ਹੋਇਆ ਜੀ, ਉੱਥੋਂ ਤੱਕ ਦੀ ਲਾਈਟ ਮੇਰੇ ਕੋਲ ਆ ਰਹੀ ਹੈ। ਹੁਣ ਤੁਸੀਂ ਇੱਕ ਹੋਰ ਨਵਾਂ ਟੈਲੀਸਕੋਪ ਸੈਂਡ ਕੀਤਾ ਹੈਗਾ ਨਾਸਾ ਨੇ, ਰੀਸੈਂਟਲੀ ਸੈਂਡ ਕੀਤਾ, ਇੱਕ ਵਿਗਿਆਨੀ ਦੇ ਨਾਮ 'ਤੇ ਸੈਂਡ ਕੀਤਾ ਉਹਨਾਂ ਨੇ, ਬਹੁਤ ਮਸ਼ਹੂਰ ਟੈਲੀਸਕੋਪ ਆ ਉਹ, ਮਾਈਂਡ 'ਚੋਂ ਸਕਿਪ ਕਰ ਰਿਹਾ ਮੇਰੇ, ਬਹੁਤ ਜੇਮਸ ਵੈਬ ਟੈਲੀਸਕੋਪ ਇਹਨਾਂ ਨੇ ਹੁਣ ਲਾਂਚ ਕੀਤਾ ਹੈਗਾ। ਇਹ ਜੇਮਸ ਵੈਬ ਟੈਲੀਸਕੋਪ ਹੈ, ਇਹ ਜੇਮਸ ਵੈਬ ਕੌਣ ਸੀ ਇਹ ਜਾਣਨਾ ਤੁਹਾਡਾ ਕੰਮ ਹੈਗਾ। ਓਬਵੀਅਸਲੀ ਥੋੜ੍ਹਾ ਜਾਣ ਲਓਗੇ ਨੌਲੇਜ ਆ ਜਾਏਗੀ, ਮਾੜੀ ਗੱਲ ਨਹੀਂ, ਚੰਗਾ ਬੰਦਾ ਹੀ ਸੀ। ਜੇਮਸ ਵੈਬ ਨਾਲ ਦਾ ਟੈਲੀਸਕੋਪ ਭੇਜਿਆ। ਇਹ ਤੋਂ ਪਹਿਲਾਂ ਤੁਹਾਡੇ ਕੋਲ ਸੀ ਹਬਲ ਟੈਲੀਸਕੋਪ। ਹਬਲ ਵੀ ਤੁਹਾਡਾ ਇਹ ਸਾਇੰਟਿਸਟ ਦੇ ਨਾਮ 'ਤੇ ਸੀ, ਆਪਾਂ ਦੇਖਾਂਗੇ ਅੱਗੇ ਕਿੱਥੇ ਹਬਲ ਦਾ ਨਾਮ ਆਉਂਦਾ ਹੈਗਾ। ਇਸ ਤੋਂ ਬਾਅਦ ਜੇਮਸ ਵੈਬ ਦਾ ਜੋ ਹੁਣ ਟੈਲੀਸਕੋਪ ਭੇਜਿਆ, ਇਹ ਹਬਲ ਤੋਂ ਵੀ ਕਾਫੀ ਜ਼ਿਆਦਾ ਤਕੜਾ ਹੈਗਾ, ਹਬਲ ਟੈਲੀਸਕੋਪ ਤੋਂ ਵੀ ਕਾਫੀ ਜ਼ਿਆਦਾ ਦੂਰ ਤੱਕ ਦੇਖ ਸਕਦਾ, ਕਾਫੀ ਜ਼ਿਆਦਾ ਰੇਂਜਸ ਦੇ ਵਿੱਚ ਦੇਖ ਸਕਦਾ ਹੈ। ਹਬਲ ਇੱਕ ਜਗ੍ਹਾ 'ਤੇ ਲਿਜਾ ਕੇ ਲਿਮਟਡ ਹੋ ਗਏ ਸੀ, ਉਹਨੇ ਦੱਸਿਆ ਸੀ ਇੱਥੇ ਤੱਕ ਯੂਨੀਵਰਸ ਹੈ, ਬਟ ਜੇਮਸ ਵੈਬ ਹੈ ਤੁਹਾਡਾ, ਉਹ ਹੁਣ ਇੱਕ ਮੰਨਿਆ ਜਾ ਰਿਹਾ ਹੈਗਾ, ਜਾਂ ਇੱਕ ਹੋਪ ਲਾਈ ਜਾ ਰਹੀ ਹੈ ਕਿ ਜੇਮਸ ਵੈਬ ਤੁਹਾਡਾ ਓਬਜ਼ਰਵੇਬਲ ਯੂਨੀਵਰਸ ਨੂੰ ਟੱਚ ਕਰ ਲਏਗਾ, ਜਿੱਥੇ ਤੱਕ ਤੁਹਾਨੂੰ ਪਤਾ ਲੱਗ ਜਾਏ ਕਿ ਸ਼ੁਰੂਆਤ ਇੱਥੋਂ ਹੋਈ ਸੀ। ਕਹਿ ਸਕਦੇ ਨੇ ਕਿ ਤੁਸੀਂ ਦੇਖ ਸਕਦੇ ਹੋ ਬਿਗ ਬੈਂਗ ਦਾ ਟਾਈਮ, ਹੋਪ ਹੈ ਕਿ ਬਿਗ ਬੈਂਗ ਦਾ ਟਾਈਮ ਤੁਸੀਂ ਜੇਮਸ ਵੈਬ ਦੇ ਵਿੱਚ ਦੇਖ ਸਕਦੇ ਹੋ। ਉਹ ਤੁਹਾਨੂੰ ਦੱਸ ਦੇ ਉੱਥੋਂ ਤੱਕ ਦੀ ਲਾਈਟ ਇਹ ਖਿੱਚ ਲੇਗਾ ਕਿ ਇੱਥੋਂ ਤੁਹਾਡਾ ਬਿਗ ਬੈਂਗ ਸਟਾਰਟ ਹੋਇਆ ਸੀ 13.8 ਬਿਲੀਅਨ ਤੋਂ ਪਹਿਲਾਂ। ਚਲੋ ਜੀ, ਆਪਾਂ ਗੱਲ ਕਰ ਰਹੇ ਸੀ ਵੱਡਾ ਧਮਾਕਾ। ਇਸ ਤੋਂ ਬਾਅਦ ਤੁਹਾਡੀ ਸਟੈਡੀ ਸਟੇਟ ਥਿਊਰੀ ਹੋ ਗਈ। ਇਸ ਤੋਂ ਬਾਅਦ ਤੁਹਾਡੀ ਆਈ ਸੀਗੀ ਇੱਕ ਪਲਸੇਟਿੰਗ ਥਿਊਰੀ। ਪਲਸੇਟਿੰਗ ਨੂੰ ਕਹਿੰਦੇ ਨੇਗੇ, ਆਮ ਸੌਰੀ ਮੈਂ ਜ਼ਿਆਦਾ ਪੰਜਾਬੀ ਜਾਂ ਹਿੰਦੀ ਦੇ ਵਿੱਚ ਸਹੀ ਨਹੀਂ ਆ, ਤਾਂ ਇਸ ਕਰਕੇ ਮੈਨੂੰ ਰੈਫਰੈਂਸ ਲਈ ਬੁੱਕ ਰੱਖਣੀ ਪੈਂਦੀ ਆ। ਪਲਸੇਟਿੰਗ ਥਿਊਰੀ ਨੂੰ ਤੁਹਾਡਾ ਕਹਿੰਦੇ ਨੇ ਦੋਲਨ ਸਿਧਾਂਤ। ਪਲਸੇਟਿੰਗ ਥਿਊਰੀ ਜਾਂ ਦੋਲਨ ਸਿਧਾਂਤ। ਪਲਸੇਟਿੰਗ ਥਿਊਰੀ ਸੀਗੀ ਜੀ ਡਾਕਟਰ ਐਲਨ ਸੈਂਡੇਜ਼ਾ ਦੀ। ਡਾਕਟਰ ਐਲਨ ਸੈਂਡੇਜ਼ਾ ਦੀ ਪਲਸੇਟਿੰਗ ਥਿਊਰੀ ਸੀ। ਉਸਨੇ ਕੀ ਕਿਹਾ, ਕਹਿੰਦਾ ਜੋ ਤੁਹਾਡਾ ਯੂਨੀਵਰਸ ਹੈ ਨਾ ਤਾਂ ਬਿਗ ਬੈਂਗ ਤੋਂ ਪ੍ਰੋਡਿਊਸ ਹੋਇਆ, ਨਾ ਉਹ ਕਹਿੰਦਾ ਖੜਾ ਹੈਗਾ, ਬਟ ਯੂਨੀਵਰਸ ਦਾ ਇੱਕ ਨੇਚਰ ਹੈ, ਕਹਿੰਦਾ ਕਦੇ ਉਹ ਕੰਟਰੈਕਟ ਹੋ ਜਾਂਦਾ, ਕਦੇ ਉਹ ਐਕਸਪੈਂਡ ਕਰਨਾ ਸਟਾਰਟ ਕਰ ਦਿੰਦਾ, ਕਦੇ ਕੰਟਰੈਕਟ ਹੋ ਜਾਂਦਾ, ਕਦੇ ਐਕਸਪੈਂਡ ਕਰਨਾ ਸਟਾਰਟ ਕਰ ਦਿੰਦਾ, ਅਤੇ ਇਹੀ ਚੀਜ਼ ਕਹਿੰਦਾ ਰੋਟੇਸ਼ਨ ਦੇ ਵਿੱਚ ਚੱਲਦੀ ਰਹਿੰਦੀ ਹੈਗੀ। ਇਹ ਤੁਹਾਡੀ ਪਲਸੇਟਿੰਗ ਥਿਊਰੀ ਹੈ ਜੋ ਡਾਕਟਰ ਐਲਨ ਸੈਂਡੇਜ਼ਾ ਨੇ ਦਿੱਤੀ ਸੀ। ਅਤੇ ਅੱਜ ਦੇ ਟਾਈਮ 'ਚ ਕਹਿੰਦਾ ਯੂਨੀਵਰਸ ਤੁਹਾਡਾ ਕੀ ਹੈ, ਐਕਸਪੈਂਡ ਕਰ ਰਿਹਾ, ਅਤੇ ਇੱਕ ਸਮਾਂ ਆਊ ਐਕਸਪੈਂਡ ਦੀ ਇੱਕ ਹੱਦ ਟੱਚ ਹੋ ਜੂਗੀ, ਉਸ ਤੋਂ ਬਾਅਦ ਫਿਰ ਉਹ ਕੰਟਰੈਕਟ ਕਰਨਾ ਸ਼ੁਰੂ ਕਰ ਦੂਗਾ, ਵਾਪਸ ਮੁੜਨਾ ਸ਼ੁਰੂ ਕਰ ਦੂਗਾ। ਇਹ ਸੀ ਤੁਹਾਡੀ ਪਲਸੇਟਿੰਗ ਥਿਊਰੀ। ਜੋ ਆਪਣੀ ਮੇਨ ਹੈ, ਜੋ ਆਪਾਂ ਸਟਾਰਟਿੰਗ ਤੋਂ ਹੀ ਦੇਖੀ ਬਿਗ ਬੈਂਗ ਥਿਊਰੀ, ਉਹ ਇੰਪੋਰਟੈਂਟ ਹੈਗੀ। ਬਿਗ ਬੈਂਗ ਥਿਊਰੀ ਦੇ ਵਿੱਚ ਜੋ ਆਪਣੇ ਲਈ ਫੈਕਟ ਆਉਂਦੇ ਨੇਗੇ, ਉਹਨਾਂ ਦੇ ਵਿੱਚ ਕੀ ਹੈਗਾ, ਤੁਹਾਡਾ ਇਹ ਕਹਿ ਰਹੇ ਨੇ ਜੀ 13.7 ਬਿਲੀਅਨ, ਆਈ ਥਿੰਕ 8 ਹੈ ਇੱਥੇ, ਬਿਲੀਅਨ ਈਅਰਸ ਪਹਿਲਾਂ ਧਮਾਕਾ ਹੋਇਆ ਸੀ ਬਿਗ ਬੈਂਗ। ਇਹ ਤੁਹਾਡੇ ਫੈਕਟਸ ਨੇਗੇ। ਇੱਦਾਂ ਦਾ ਧਮਾਕਾ ਹੋਇਆ ਸੀ ਜਿਸ ਤੋਂ ਕਹਿੰਦਾ ਸਭ ਕੁਛ ਪ੍ਰੋਡਿਊਸ ਹੋਣਾ ਸਟਾਰਟ ਹੋਇਆ। ਉਸ ਤੋਂ ਬਾਅਦ ਕਹਿੰਦਾ 4.5 ਬਿਲੀਅਨ ਇਹਦੇ ਵਿੱਚ ਆ ਕੇ ਕਹਿੰਦਾ ਤੁਹਾਡਾ ਸੋਲਰ ਸਿਸਟਮ ਪ੍ਰੋਡਿਊਸ ਹੋਇਆ।
ਇਹਦੇ ਨਾਲ ਹੀ ਕਹਿੰਦਾ ਤੁਹਾਡਾ ਸੋਲਰ ਸਿਸਟਮ ਪ੍ਰੋਡਿਊਸ ਹੋਏਗਾ। ਇਸ ਚੀਜ਼ ਦੀ ਆਪਾਂ ਨੂੰ ਜਾਣਕਾਰੀ ਕਿਹਨੇ ਦਿੱਤੀ ਹੈ? ਨਾਸਾ ਨੇ 2001 ਦੇ ਵਿੱਚ ਮੈਪ ਨਾਮ ਦਾ ਇੱਕ ਪ੍ਰੋਬ ਸੈਂਡ ਕੀਤਾ ਸੀ। ਮੈਪ ਇਹਦੀ ਫੁੱਲ ਫਾਰਮ ਹੈ ਜੀ ਮਾਈਕ੍ਰੋਵੇਵ ਐਨੀਸਟ੍ਰੋਫੀ ਪ੍ਰੋਬ। ਇਸ ਚੀਜ਼ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਤੁਹਾਡਾ ਯੂਨੀਵਰਸ ਹੈ ਜੋ ਉਹ ਐਕਸਪੈਂਡੇਬਲ ਹੈਗਾ ਅਤੇ ਲਗਾਤਾਰ ਵਿਸਤਾਰ ਦੇ ਵਿੱਚ ਜਾ ਰਿਹਾ ਹੈਗਾ। ਚਲੋ ਜੀ, ਇਸ ਤੋਂ ਬਾਅਦ ਆਪਣੇ ਲਵੇ ਇੱਕ ਆ ਜਾਂਦਾ ਜੀ, ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੁਹਾਡੇ ਕੋਲ, ਯੂਨੀਵਰਸ ਦੇ ਰਿਲੇਟਡ ਹੀ ਆ ਉਹ, ਗੋਡ ਪਾਰਟੀਕਲ। ਗੋਡ ਪਾਰਟੀਕਲ ਜਾਂ ਤੁਸੀਂ ਇਹਨੂੰ ਕਹਿ ਸਕਦੇ ਹੋ ਪਰਮਾਤਮਾ ਦਾ ਕਣ। ਪਰਮਾਤਮਾ ਕਣ 2010 ਦੇ ਵਿੱਚ ਕਹਿੰਦੇ ਇਸ ਦੀ ਖੋਜ ਕੀਤੀ ਗਈ ਸੀ। ਕਿੱਥੇ ਕੀਤੀ ਗਈ? 30 ਮਾਰਚ 2010 ਨੂੰ ਯੂਰਪੀਅਨ ਸੈਂਟਰ ਆਫ ਨਿਊਕਲੀਅਰ ਰਿਸਰਚ, ਯੂਰਪੀਅਨ ਸੈਂਟਰ ਆਫ ਨਿਊਕਲੀਅਰ ਰਿਸਰਚ ਯਾਨੀ ਕਿ CERN ਸ਼ਾਰਟ ਫਾਰਮ ਹੈ। ਇਹ ਇੱਕ ਰਿਸਰਚ ਸੈਂਟਰ ਤਿਆਰ ਕੀਤਾ ਗਿਆ ਹੈ। ਧਰਤੀ ਤੋਂ 50 ਤੋਂ ਲੈ ਕੇ 175 ਮੀਟਰ ਨੀਚੇ ਇਹਨਾਂ ਨੇ ਗੁਫਾ ਬਣਾਈ ਹੋਈ ਹੈ, 27.5 ਕਿਲੋਮੀਟਰ ਲੰਬੀ ਹੋਈ। ਉਸ ਗੁਫਾ ਦੇ ਵਿੱਚ ਹੀ ਪ੍ਰੀਖਣ ਕੀਤੇ ਗਏ ਅਤੇ ਇਹਨਾਂ ਨੇ ਪ੍ਰੋਟੋਨਸ ਨੂੰ, ਬਿਲਕੁਲ ਪ੍ਰੋਟੋਨਸ ਨੂੰ ਅਲੱਗ ਕਰਕੇ, ਪ੍ਰੋਟੋਨ ਤੁਹਾਡਾ ਇੱਕ ਐਟਮ ਦੇ ਵਿੱਚ ਦਾ ਕਣ ਹੁੰਦਾ, ਪ੍ਰੋਟੋਨ ਨੂੰ ਅਲੱਗ ਕਰਕੇ ਲਾਈਟ ਸਪੀਡ ਨਾਲ ਇਹਨਾਂ ਨੇ ਬੀਮਸ ਦੇ ਨਾਲ ਉਹਦਾ ਟਕਰਾਅ ਕੀਤਾ। ਇੰਨੀ ਨੀਚੇ ਕਿਉਂ ਗਏ? ਬਿਕੋਜ਼ ਕਾਫੀ ਜ਼ਿਆਦਾ ਫੈਕਟਰ ਬਣ ਜਾਂਦੇ ਨੇ ਇੱਥੇ ਤੁਹਾਡੇ ਰੇਡੀਓ ਐਕਟਿਵ ਰੇਜ਼ ਹੋ ਗਈਆਂ ਜੋ ਸਨ ਤੋਂ ਆਉਂਦੀਆਂ ਨੇ, ਬਾਕੀ ਤੁਹਾਡੇ ਫੋਟੋਨਸ ਹੋ ਗਏ ਅਤੇ ਹੋਰ ਕਾਫੀ ਜ਼ਿਆਦਾ ਕਣ ਆਪਣੇ ਲਈ ਉੱਪਰਲੀ ਸਤਹ 'ਤੇ ਜਾਂਦੇ ਰਹਿੰਦੇ, ਨੀਚੇ ਜਾ ਕੇ ਉਹਨਾਂ ਦੀ ਗਤੀ ਕਾਫੀ ਘੱਟ ਜਾਂਦੀ ਹੈਗੀ। ਸੋ ਬੇਸਿਕਲੀ ਇੱਥੇ ਗੱਲ ਕੀ ਹੋਈ ਕਿ ਉਹਨਾਂ ਨੇ ਪ੍ਰੋਟੋਨਸ ਨੂੰ, ਜੋ ਬੀਮਸ ਹੁੰਦੇ ਨੇ ਉਹਦੇ ਵਿੱਚ ਇੱਕ ਲਾਈਟ ਸਪੀਡ 'ਤੇ ਟਕਰਾਇਆ ਅਤੇ ਉਹਨਾਂ ਨੂੰ ਹਿਗਸ ਬੋਸਨ ਨਾਮ ਦੀ ਥਿਊਰੀ ਨਾਲ ਜਾਂ ਨਾਮ ਦੇ ਨਾਲ ਇਹਨੇ ਕੰਸੈਪਟ ਲਿਆਤਾ। ਕਹਿੰਦੇ ਜੀ ਸਾਨੂੰ ਜੋ ਪਰਮਾਤਮਾ ਕਣ ਹੈ ਜਾਂ ਤੁਹਾਡਾ ਗੋਡਲੀ ਸਬਜੈਕਟ ਹੈ ਇੱਕ ਹਿਗਸ ਬੋਸਨ ਨਾਂ ਦਾ, ਉਹ ਸਾਨੂੰ ਗੋਡ ਪਾਰਟੀਕਲ ਪ੍ਰਾਪਤ ਹੋ ਗਿਆ ਅਤੇ ਸਾਨੂੰ ਪਤਾ ਲੱਗਿਆ ਕਿ ਕਿਸ ਪਾਰਟੀਕਲ ਤੋਂ ਲੈ ਕੇ, ਜਮਾਂ ਛੋਟੇ ਤੋਂ ਛੋਟਾ ਪਾਰਟੀਕਲ ਹੈ ਜੋ ਕਿਸ ਤੋਂ ਲੈ ਕੇ ਸਾਰੀ ਸੰਰਚਨਾ ਤਿਆਰ ਹੁੰਦੀ ਹੈ, ਸਾਰਾ ਕੁਛ ਪ੍ਰੋਡਿਊਸ ਹੁੰਦਾ ਹੈਗਾ, ਉਹਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ, ਉਹ ਚੀਜ਼ ਕਹਿੰਦਾ ਅਸੀਂ ਲੱਭ ਲਈ ਹੈਗੀ। ਇਹ ਸੀ ਤੁਹਾਡਾ ਹਿਗਸ ਬੋਸਨ ਦਾ ਕੰਸੈਪਟ। ਚਲੋ ਜੀ, ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਹੁਣ ਗਲੈਕਸੀਜ਼ ਵੀ ਆਪਾਂ ਦੇਖ ਲਈਆਂ। ਬੇਸਿਕਲੀ ਆਪਾਂ ਜੇ ਹੁਣ ਮਿਲਕੀ ਵੇ ਦੀ ਗੱਲ ਕਰ ਲਈਏ ਤਾਂ ਮਿਲਕੀ ਵੇ ਦੇ ਵਿੱਚ ਤੁਹਾਡੇ ਕੋਲ ਸਟਾਰਸ ਪਾਏ ਜਾਂਦੇ ਨੇ, ਗੈਸਿਸ ਦਾ ਇੱਕ ਕਲਾਊਡਸ ਵੀ ਪਾਏ ਜਾਂਦੇ ਨੇ ਅਤੇ 80% ਆਫ ਦਾ ਮਿਲਕੀ ਵੇ, 80% ਤੁਹਾਡੀ ਇਹ ਸਪਾਇਰਲ ਹੈ, ਸਪਾਇਰਲ ਦੇ ਵਿੱਚ ਘੁੰਮਦੀ ਹੈ ਜੀ। 80% ਮਿਲਕੀ ਵੇ ਹੈ ਜੋ 80% ਸਪਾਇਰਲ ਦੇ ਵਿੱਚ ਘੁੰਮਦੀ ਹੈ। ਅਤੇ ਮਿਲਕੀ ਵੇ ਦੇ ਨਾਲ ਇਹਨੂੰ ਤੁਸੀਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਹੋਗੇ? ਆਕਾਸ਼ ਗੰਗਾ, ਆਕਾਸ਼ ਗੰਗਾ ਬੋਲਦੇ ਜੀ ਇਹਨੂੰ ਪੰਜਾਬੀ ਦੇ ਵਿੱਚ। ਇਹਦੇ ਨਾਲ ਜੋ ਨਾਲ ਦੀ ਇੱਕ ਗਲੈਕਸੀ ਹੈਗੀ ਜੋ ਇਹਦੇ ਨਜ਼ਦੀਕ ਪਾਈ ਜਾਂਦੀ ਹੈਗੀ ਜਾਂ ਇਹਦੀ ਗੁਆਂਢਣ ਹੈ, ਉਹਨੂੰ ਬੋਲਦੇ ਨੇ ਐਂਡਰੋਮੇਡਾ। ਐਂਡਰੋਮੇਡਾ ਚਲੋ ਜੀ, ਇਸ ਤੋਂ ਬਾਅਦ ਆਪਾਂ ਦੇਖਦੇ ਹਾਂਗੇ ਤੁਹਾਡੇ ਕੋਲ ਆ ਜਾਂਦੇ ਨੇ ਹੁਣ ਗਲੈਕਸੀ ਹੋ ਗਈ ਆਪਣੇ ਲਵੇ, ਅਤੇ ਨੈਬੂਲਾਸ ਦੀ ਜੋ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ, ਮੈਂ ਤੁਹਾਨੂੰ ਕਿਹਾ ਸੀ ਗੈਸਿਸ ਤੋਂ ਬਣਦਾ। ਮੋਸਟ ਆਫ ਤੁਹਾਨੂੰ ਪਤਾ ਵੀ ਲੱਗ ਹੀ ਗਿਆ ਹੋਣਾ ਜੇ ਅਗਰ ਆਪਾਂ ਨੈਬੂਲਾਸ ਗੱਲ ਕਰੀਏ ਕਿਸ ਤੋਂ ਬਣਦੇ ਨੇ। ਨੈਬੂਲਾ ਤੁਹਾਡੇ ਤਿਆਰ ਹੋਏ ਸੀ ਜਦੋਂ ਬਿਗ ਬੈਂਗ ਹੋਇਆ। ਬਿਗ ਬੈਂਗ ਤੋਂ ਬਾਅਦ ਤੁਹਾਡੇ ਗੈਸਿਸ ਦੇ ਕਲਾਊਡ ਬਣੇ, ਬਿਗ ਬੈਂਗ ਤੋਂ ਇਹ ਪ੍ਰੋਡਿਊਸ ਹੋਏ, ਬਿਗ ਬੈਂਗ ਤੋਂ ਪ੍ਰੋਡਿਊਸ ਹੋਏ ਅਤੇ ਇਹ ਜੋ ਤੁਹਾਡੇ ਸਟਾਰਸ ਹੁੰਦੇ ਨੇ, ਤਾਰੇ, ਉਹਨਾਂ ਦੇ ਐਕਸਪਲੋਜ਼ਨ ਤੋਂ ਬਣਦੇ ਨੇ। ਹੁਣ ਜੀ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇਗੀਆਂ। ਇੱਕ ਸਨ ਹੁੰਦਾ ਜੋ ਜਾਂ ਸਟਾਰ ਹੁੰਦਾ, ਜਦੋਂ ਉਹ ਐਕਸਪਲੋਡ ਹੁੰਦਾ ਤਾਂ ਉਹਦੇ ਲਵੇ
ਕੁਝ ਆਪਸ਼ਨਸ ਹੁੰਦੀਆਂ ਨੇ ਜੋ ਕਿ ਉਹਦਾ ਇੱਕ ਏਰੀਆ ਜਾਂ ਉਹਦਾ ਮਾਸ ਹੈਗਾ ਉਹ ਤੈਅ ਕਰਦਾ ਹੁੰਦਾ ਕਿ ਸਟਾਰ ਕੀ ਕਰੇਗਾ ਇਸ ਤੋਂ ਬਾਅਦ, ਜਦੋਂ ਉਹਦੀ ਉਮਰ ਪੂਰੀ ਹੋ ਗਈ ਕਿ ਇਸ ਤੋਂ ਬਾਅਦ ਸਟਾਰ ਹੁਣ ਕਿਸ ਲੈ ਦੇ ਵਿੱਚ ਜਾਏਗਾ ਤੇ ਉਹਦਾ ਕੀ ਬਣੇਗਾ। ਇਹਦੇ ਵਿੱਚ ਹੁਣ ਜੋ ਤੁਹਾਡੇ ਨਿਊਟਰਨ ਤਾਰੇ ਹੁੰਦੇ ਨੇ ਜਾਂ ਹੋਰ ਹੁੰਦੇ ਨੇ, ਇਹ ਐਕਸਪਲੋਡ ਹੋਣ ਤੋਂ ਬਾਅਦ ਕਈ ਹੁੰਦੇ ਨੇ ਗੈਸਿਸ ਸਾਰੀਆਂ ਆਪਣੀਆਂ ਛੱਡ ਦਿੰਦੇ ਨੇਗੇ। ਜੋ ਗੈਸਿਸ ਨੇ ਰਿਲੀਜ਼ ਹੁੰਦੀਆਂ ਰਹਿੰਦੀਆਂ, ਲਗਾਤਾਰ ਰਿਲੀਜ਼ ਹੁੰਦੀਆਂ ਰਹਿੰਦੀਆਂ ਨੇ, ਕਿਆ ਛੋਟੇ ਸਾਈਜ਼ ਦੇ ਵਿੱਚ ਨੇ, ਤਾਂ ਇਹ ਇੱਕ ਐਂਡ 'ਤੇ ਆ ਕੇ ਵਾਈਟ ਡਵਾਰਫ ਬਣ ਜਾਂਦੇ ਨੇ। ਐਡੇ ਵੱਡੇ ਸਟਾਰ ਤੋਂ ਲੈ ਕੇ ਜੋ ਸਾਰੀਆਂ ਗੈਸਿਸ ਨਿਕਲ ਗਈਆਂ ਤਾਂ ਇੱਥੇ ਬਿਲਕੁਲ ਤੁਹਾਡੀ ਇਹਨਾਂ ਦੀ ਕੋਰ ਬਚ ਜਾਂਦੀ ਹੈ। ਜਿਵੇਂ ਆਪਣਾ ਸਨ ਹੈ, ਜੇ ਇਸ ਤਰ੍ਹਾਂ ਦਾ ਹੋ ਗਿਆ ਤਾਂ ਅਰਥ ਵਿੱਚ ਸਾਈਜ਼ ਦਾ ਇਹਦਾ ਇੱਕ ਪਾਰਟ ਬਚ ਜਾਏਗਾ, ਉਹਨੂੰ ਬੋਲਿਆ ਜਾਏਗਾ ਵਾਈਟ ਡਵਾਰਫ। ਇਹ ਚੀਜ਼ ਪ੍ਰੋਡਿਊਸ ਹੋ ਜਾਂਦੀ ਹੈ। ਬਟ ਅਗਰ ਇਹਨਾਂ ਦਾ ਸਾਈਜ਼ ਕਾਫੀ ਵੱਡਾ ਹੈਗਾ, ਇਹਨਾਂ ਦੀ ਗ੍ਰੈਵਿਟੀ ਦੇ ਕਾਰਨ ਇਹ ਚੀਜ਼ਾਂ ਪ੍ਰੋਡਿਊਸ ਹੁੰਦੀਆਂ ਨੇ। ਅਗਰ ਇਹਨਾਂ ਦਾ ਸਾਈਜ਼ ਕਾਫੀ ਵੱਡਾ ਕਿਸੇ ਸਨ ਦਾ, ਤੇ ਉਹਦੇ ਵਿੱਚ ਲਗਾਤਾਰ ਗ੍ਰੈਵਿਟੀ ਉਸ ਨੂੰ ਪੁੱਲ ਕਰੀ ਜਾ ਰਹੀ ਹੈ, ਅੰਦਰ ਪੁੱਲ ਕਰੀ ਜਾ ਰਹੀ ਹੈ, ਅਤੇ ਗੈਸਿਸ ਦਾ ਵੀ ਆਊਟਗੋ ਹੋਈ ਜਾ ਰਿਹਾ ਹੈਗਾ। ਹੁਣ ਇਸ ਤਰ੍ਹਾਂ ਦਾ ਸਨ ਹੋਇਆ, ਗੈਸਿਸ ਗਈਆਂ, ਉਹ ਵਾਈਟ ਡਵਾਰਫ ਬਣ ਗਿਆ। ਹੁਣ ਜੋ ਇਹਨੇ ਗੈਸਿਸ ਛੱਡੀਆਂ, ਉਹ ਆਲੇ ਦੁਆਲੇ ਇਹਦੇ ਕੀ ਕ੍ਰੀਏਟ ਕਰਨੀਆਂ, ਗੈਸਿਸ ਇੱਕ ਨੈਬੂਲਾ ਹੀ ਬਣਾ ਦੇਣਗੀਆਂ। ਇਹਨਾਂ ਦੇ ਇੱਕ ਐਕਸਪਲੋਜ਼ਨ ਤੋਂ ਨੈਬੂਲਾਜ਼ ਹੀ ਬਣ ਜਾਣਗੇ। ਜੋ ਸਟਾਰ ਫਟ ਜਾਏਗਾ ਤਾਂ ਉਹ ਨੈਬੂਲਾ ਬਣ ਕੇ ਰਹਿ ਜਾਏਗਾ, ਗੈਸਿਸ ਬਣ ਜਾਣਗੀਆਂ। ਇਹ ਤੁਹਾਡਾ ਨੈਬੂਲਾ ਦਾ ਕੰਸੈਪਟ ਹੈ। ਬਟ ਅਗਰ ਸਟਾਰ ਬਿਗ ਇਨਫ ਹੈਗਾ ਤਾਂ ਉਹ ਜਦੋਂ ਐਕਸਪਲੋਡ ਹੋ ਜਾਏਗਾ, ਇਸ ਤੋਂ ਟਾਈਮ ਇਹ ਜਦੋਂ ਐਕਸਪਲੋਡ ਹੋ ਜਾਏਗਾ, ਇਹਦੀ ਆਪਣੀ ਹੀ ਗ੍ਰੈਵਿਟੀ ਇਸ ਨੂੰ ਅੰਦਰ ਹੀ ਖਿੱਚ ਲੇਗੀ, ਅੰਦਰ ਹੀ ਇਹਨੂੰ ਸਾਰਾ ਕੁਛ ਤੋੜ ਕੇ ਦੇਗੀ, ਅਤੇ ਇਹ ਕੀ ਬਣ ਜਾਏਗਾ ਜੀ ਐਂਡ 'ਤੇ ਜਾ ਕੇ, ਇਹ ਬਲੈਕ ਹੋਲ। ਇਹ ਇਹਨਾਂ ਦੀ ਕਿਸਮਤ ਹੁੰਦੀ ਹੈ ਤਾਰਿਆਂ ਦੀ। ਇਹ ਵਾਈਟ ਡਵਾਰਫ ਜਾ ਸਕਦੇ ਨੇ, ਨੈਬੂਲਾਸ ਬਣਾ ਸਕਦੇ ਨੇ, ਜਾਂ ਉਸ ਤੋਂ ਬਾਅਦ ਇਹ ਬਲੈਕ ਹੋਲ ਬਣ ਜਾਂਦੇ ਨੇ। ਬਲੈਕ ਹੋਲ ਦੇ ਵਿੱਚ ਕੀ ਹੈ ਜੀ, ਸਿੰਗੂਲੈਰਿਟੀ, ਜੋ ਆਪਾਂ ਗੱਲ ਕੀਤੀ ਸੀ, ਇੱਕ ਤੁਹਾਡੀ ਬਿਲਕੁਲ ਹੀ ਪੁਆਇੰਟ ਦੀ ਗੱਲ, ਜਿੱਥੋਂ ਪ੍ਰੋਡਿਊਸ ਹੋਇਆ ਉਸੇ ਦੇ ਵਿੱਚ ਚੱਲ ਗਿਆ ਇਹ। ਹੁਣ ਤੁਹਾਡੀ ਜੋ ਗੈਸਿਸ ਹੋ ਗਈਆਂ, ਬਾਹਲਾ ਦੂਰ ਨਾ ਜਾਓ, ਤੁਹਾਡੀ ਆਕਸੀਜਨ ਹੋ ਗਈ ਜਿਹਦੇ ਨਾਲ ਆਪਾਂ ਸਾਹ ਲੈ ਰਹੇ ਹਾਂਗੇ, ਕਾਰਬਨ ਹੋ ਗਈ ਜੋ ਆਪਣੀ ਹੱਡੀਆਂ 'ਚ ਪਾਈ ਜਾਂਦੀ ਹੈ, ਕੈਲਸ਼ੀਅਮ ਹੋ ਗਿਆ ਜੋ ਤੁਹਾਡੇ ਦੰਦਾਂ 'ਚ ਪਾਇਆ ਜਾਂਦਾ ਹੈਗਾ, ਦੰਦਾਂ ਨਹੁੰ 'ਚ ਪਾਇਆ ਜਾਂਦਾ, ਜਾਂ ਤੁਹਾਡੇ ਆਇਰਨ ਹੋ ਗਿਆ ਜੋ ਤੁਹਾਡਾ ਬਲੱਡ 'ਚ ਪਾਇਆ ਜਾਂਦਾ। ਇਹ ਸਾਰਾ ਕੁਛ ਕਿਸ 'ਚੋਂ ਪ੍ਰੋਡਿਊਸ ਹੋਇਆ, ਨੈਬੂਲਾਸ 'ਚੋਂ ਹੀ ਹੋਇਆ। ਨੈਬੂਲਾਸ ਕਿਸ 'ਚੋਂ ਆਏ ਨੇ, ਤੁਹਾਡੇ ਬਿਗ ਬੈਂਗ 'ਚੋਂ ਆਏ ਨੇਗੇ। ਆਪਾਂ ਵੀ ਸਟਾਰਸ ਦੇ ਹੀ ਬਣੇ ਹੋਏ ਆਂਗੇ, ਆਪਾਂ ਵੀ ਇੱਕ ਸਟਾਰ ਡਸਟ ਹੀ ਹਾਂ। ਜੋ ਆਪਣੇ ਨੂੰ ਇਹ ਮੈਟਰ ਹੈ, ਜੋ ਆਪਣੇ ਨੂੰ ਇਹ ਸਾਰਾ ਦਿਖ ਰਿਹਾ, ਇਹ ਮੈਟਰ ਪਦਾਰਥ ਕਿੱਥੋਂ ਆਇਆ, ਇਹ ਵੀ ਤੁਹਾਡਾ ਬਿਗ ਬੈਂਗ ਦੇ ਸਮੇਂ ਹੀ ਕ੍ਰੀਏਟ ਹੋਇਆ। ਜੋ ਤੁਹਾਡੇ ਐਟਮਸ ਬਣਨੇ ਸਟਾਰਟ ਹੋਏ, ਐਟਮਸ ਨੇ ਜੁੜਨਾ ਸਟਾਰਟ ਕੀਤਾ, ਤਾਂ ਉਸੇ ਦੇ ਵਿੱਚੋਂ ਕ੍ਰੀਏਟ ਹੋਇਆ। ਤੁਸੀਂ ਵੀ ਇੱਕ ਸਟਾਰ ਦੀ ਹੀ ਆਊਟਪੁੱਟ ਹੋ, ਜਿਹੜਾ ਕੁਛ ਸਟਾਰ ਦੇ ਵਿੱਚ ਪਾਇਆ ਜਾਂਦਾ ਉਹ ਤੁਹਾਡੇ ਵਿੱਚ ਵੀ ਪਾਇਆ ਜਾਂਦਾ। ਸੋ ਬੇਸਿਕਲੀ ਇਹ ਤੁਹਾਡਾ ਆ ਗਿਆ ਕੰਸੈਪਟ ਆਫ ਯੂਨੀਵਰਸ। ਇਹਦੇ ਵਿੱਚ ਕਾਫੀ ਜ਼ਿਆਦਾ ਇੰਟਰਸਟਿੰਗ ਟੌਪਿਕਸ ਨੇ ਜਾਂ ਹੋਰ ਨੇ, ਇਹਨੂੰ ਜਿੰਨਾ ਮਰਜ਼ੀ ਐਕਸਪੈਂਡ ਕਰੀ ਚਲੋ ਇਹ ਹੋ ਹੀ ਜਾਏਗਾ। ਬਲੈਕ ਹੋਲ ਨੂੰ ਵੀ ਖੋਲੋ ਜਿੰਨਾ ਮਰਜ਼ੀ ਖੁੱਲ੍ਹ ਜਾਏਗਾ, ਵਾਰਮ ਹੋਲ ਹੋ ਗਿਆ, ਠੀਕ ਹੈ ਜੀ, ਅਤੇ ਇੰਟਰਸਟੈਲਰ ਸਪੇਸ ਹੋ ਗਈ, ਕਿੰਨਾ ਮਰਜ਼ੀ ਇਹਨੂੰ ਓਪਨ ਕਰ ਸਕਦੇ ਹੋ, ਉਹਨਾਂ ਚੱਲਦਾ ਜਾਏਗਾ। ਹੁਣ ਆਪਾਂ ਦੇਖਦੇ ਹਾਂ ਜੀ ਆਪਣਾ ਸਿਸਟਮ ਕੀ ਹੈ, ਸੋਲਰ ਸਿਸਟਮ। ਹੁਣ ਜਿੱਥੇ ਆਪਾਂ ਰਹਿੰਦੇ ਹਾਂਗੇ ਉਸ ਦੀ ਗੱਲ ਕਰਦੇ ਹਾਂ, ਸੋਲਰ ਸਿਸਟਮ। ਚਲੋ ਜੀ, ਸੋਲਰ ਸਿਸਟਮ ਦੇ ਵਿੱਚ ਆਪਣੇ ਲਈ ਕੀ ਹੈ, ਇੱਥੇ ਹੁਣ ਸੈਂਟਰ ਦੇ ਵਿੱਚ ਸਨ ਹੈ, ਠੀਕ ਹੈ ਜੀ। ਇਹਦੇ ਆਲੇ ਦੁਆਲੇ ਤੁਹਾਡੇ ਗ੍ਰਹਿ ਕਿਹੜੇ ਕੱਢ ਰਹੇ ਨੇਗੇ, ਅਤੇ ਇਸ ਤੋਂ ਬਾਅਦ ਤੁਹਾਡੇ ਕੋਲ ਗ੍ਰਹਿ ਵੀ ਇਹਦੇ ਵਿੱਚ ਆਉਂਦੇ ਨੇ। ਇਹਦੇ ਵਿੱਚ ਤੁਹਾਡੇ ਕੋਲ ਐਸਟਰੋਇਡਸ ਵੀ ਆਉਂਦੇ ਨੇਗੇ, ਅਤੇ ਇਸੇ ਦੇ ਵਿੱਚ ਹੀ ਤੁਹਾਡੇ ਕੋਲ ਧੂਮਕੇਤੂ ਵੀ ਆਉਂਦੇ ਨੇ, ਜਿਨ੍ਹਾਂ ਨੂੰ ਕੋਮੇਟਸ ਕਹਿੰਦੇ ਹੋ। ਜੋ ਪਿਛਲੇ 2 ਮਹੀਨੇ ਆਈ ਥਿੰਕ ਸਾਲ ਕੁ ਪਹਿਲਾਂ ਹੀ ਤੁਸੀਂ ਕਾਫੀ ਨਿਊਜ਼ ਦੇ ਵਿੱਚ ਚੱਲਿਆ ਸੀ, ਕੋਮੇਟ ਨਜ਼ਰ ਆਇਆ ਸੀਗਾ। ਇਸ ਤਰ੍ਹਾਂ ਦੇ ਕੋਮੇਟਸ ਨੇਗੇ। ਅਤੇ ਇੱਕ ਤੁਸੀਂ ਡਵਾਰਫਸ ਵੀ ਇਹਦੇ ਵਿੱਚ ਆ ਜਾਂਦੇ ਨੇ, ਡਵਾਰਫ ਪਲੈਨਟ ਵੀ ਬੋਲਦੇ, ਜਿੱਦਾਂ ਆਪਾਂ ਵਾਈਟ ਡਵਾਰਫ ਸਨ ਦੇਖਿਆ ਸੀ, ਇਸ ਤਰ੍ਹਾਂ ਡਵਾਰਫ ਪਲੈਨਟ ਵੀ ਹੁੰਦੇ ਨੇਗੇ। ਹੁਣ ਆਪਾਂ ਦੇਖਦੇ ਹਾਂ ਆਪਣਾ ਸੋਲਰ ਸਿਸਟਮ ਕੀ ਹੈ। ਸਨ ਹੈ, ਸਨ ਤੁਹਾਡਾ 99.9% ਮਾਸ ਹੈ ਜੋ ਸੋਲਰ ਸਿਸਟਮ ਦਾ ਤੁਹਾਡਾ ਇਕੱਲੇ ਸਨ ਦਾ। ਪੂਰੇ ਸੋਲਰ ਸਿਸਟਮ ਨੂੰ ਲਾ ਕੇ ਚੱਲੀਏ ਤਾਂ 99.9 ਪਾਰਟ ਹੈ ਜੋ ਉਹ ਸਨ ਹੈਗਾ ਓਨਲੀ। ਐਡਾ ਵੱਡਾ ਤੁਹਾਡਾ ਸਨ ਹੈਗਾ। ਬਾਕੀ ਜੋ ਤੁਹਾਡੇ ਪਲੈਨਟਸ ਨੇ ਬਹੁਤ ਹੀ ਜ਼ਿਆਦਾ ਮਿਨੀਮਲ ਨੇ ਇਹਦੇ ਮੁਕਾਬਲੇ 'ਚ। ਇੱਥੇ ਆ ਗਿਆ ਜੀ ਤੁਹਾਡੇ ਕੋਲ ਮਰਕਰੀ। ਮਰਕਰੀ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਵੀਨਸ। ਵੀਨਸ ਤੋਂ ਬਾਅਦ ਅਰਥ ਆ ਗਿਆ। ਅਰਥ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਮਾਰਸ। ਮਾਰਸ ਤੋਂ ਬਾਅਦ ਹੀ ਇੱਥੇ ਤੁਹਾਡੇ ਕੋਲ ਇੱਕ ਵੈਲਟ ਪਾਈ ਜਾਂਦੀ ਹੈ, ਜਿਹਦੇ ਵਿੱਚ ਐਸਟਰੋਇਡਸ ਫਿਰਦੇ ਰਹਿੰਦੇ ਨੇਗੇ, ਆਲੇ ਦੁਆਲੇ ਸੂਰਜ ਦੇ ਆਲੇ ਦੁਆਲੇ ਚੱਕਰ ਕੱਢਦੇ ਨੇ। ਇਹ ਤੁਹਾਡੀ ਹੁਣ ਬੈਸਟ ਐਗਜ਼ਾਮਪਲ ਹੋ ਸਕਦੀ ਹੈ, ਜਦੋਂ ਆਪਾਂ ਗੱਲ ਕੀਤੀ ਸੀ ਕਿ ਸੂਰਜ ਦੇ ਆਲੇ ਦੁਆਲੇ ਘੁੰਮਦੇ ਪੱਥਰਾਂ ਨੇ ਪਲੈਨਟ ਫਾਰਮ ਕੀਤੇ। ਇਸੇ ਤਰ੍ਹਾਂ ਦੇ ਪੱਥਰਾਂ ਨੇ ਪਲੈਨਟ ਫਾਰਮ ਕੀਤੇ ਸੀ ਗ੍ਰੈਵਿਟੀ ਦੇ ਨਾਲ ਜੁੜ ਕੇ।
ਹੁਣ ਇੱਕ ਲੈ ਦੇ ਵਿੱਚ ਇੱਕ ਬੈਲਟ ਦੇ ਵਿੱਚ ਆਲੇ ਦੁਆਲੇ ਘੁੰਮ ਰਹੇ ਨੇਗੇ ਤੇ ਉਹ ਚੱਲੀ ਜਾ ਰਹੀ ਹੈ ਬੈਲਟ। ਇਹ ਬੈਲਟ ਤੋਂ ਬਾਅਦ ਤੁਹਾਡੇ ਕੋਲ ਇੱਥੇ ਆ ਜਾਂਦਾ ਜੀ ਜੁਪੀਟਰ। ਜੁਪੀਟਰ ਤੋਂ ਬਾਅਦ ਤੁਹਾਡੇ ਕੋਲ ਇੱਥੇ ਆ ਜਾਂਦਾ ਸੈਟਰਨ। ਸੈਟਰਨ ਤੋਂ ਬਾਅਦ ਤੁਹਾਡੇ ਕੋਲ ਇੱਥੇ ਆ ਜਾਂਦਾ ਯੂਰੇਨਸ। ਯੂਰੇਨਸ ਤੋਂ ਬਾਅਦ ਇੱਥੇ ਕੋਲ ਆ ਜਾਂਦਾ ਨੈਪਚੂਨ। ਪਲੂਟੋ ਦੀ ਵੀ ਆਪਾਂ ਗੱਲ ਕਰਾਂਗੇ, ਪਲੂਟੋ ਦਾ ਕੀ ਕੰਸੈਪਟ ਹੈਗਾ। ਪਹਿਲਾਂ ਆਪਾਂ ਇਹਨਾਂ ਨੂੰ ਦੇਖ ਲੈਂਦੇ ਹਾਂ। ਇਹ ਵਾਲੇ ਜੋ ਪਲੈਨਟ ਨੇ ਇੱਥੇ ਆ ਗਈ ਤੁਹਾਡੇ ਕੋਲ ਐਸਟਰੋਇਡ ਬੈਲਟ। ਐਸਟਰੋਇਡ ਤੋਂ ਬੈਲਟ ਦੇ ਇੱਧਰ ਜਿਹੜੇ ਪਲੈਨਟ ਨੇ ਇਹਨਾਂ ਨੂੰ ਬੋਲਿਆ ਜਾਂਦਾ ਇਨਰ ਪਲੈਨਟਸ। ਜੋ ਇੱਧਰ ਵਾਲੇ ਗ੍ਰਹਿ ਨੇ ਇਹਨਾਂ ਨੂੰ ਬੋਲਿਆ ਜਾਂਦਾ ਆਊਟਰ ਪਲੈਨਟਸ, ਬਾਹਰ ਦੇ ਗ੍ਰਹਿ। ਜੋ ਤੁਹਾਡੇ ਇਨਰ ਪਲੈਨਟਸ ਨੇਗੇ ਇਹ ਤੁਹਾਡੇ ਬੇਸਿਕਲੀ ਬਣੇ ਹੋਏ ਨੇ, ਤੁਸੀਂ ਕਹਿ ਸਕਦੇ ਹੋ ਕਿ ਰੌਕਿਸ਼ ਫਾਰਮ ਤੋਂ, ਪੱਥਰ ਟਾਈਪ ਨੇਗੇ, ਸੋਲਿਡ ਨੇ ਇਹ, ਐਕਚੁਅਲ ਦੇ ਵਿੱਚ ਸੋਲਿਡ ਨੇਗੇ। ਵੀਨਸ, ਮਰਕਰੀ, ਅਰਥ, ਮਾਰਸ ਐਕਚੁਅਲ ਦੇ ਵਿੱਚ ਸੋਲਿਡ ਨੇ। ਜੇ ਤੁਸੀਂ ਖੜੋਗੇ ਤਾਂ ਉਹ ਧਰਤੀ 'ਤੇ ਤੁਸੀਂ ਖੜ ਸਕਦੇ ਹੋਗੇ, ਠੀਕ ਹੈ ਜੀ। ਤੇ ਇਹਨਾਂ ਦੇ ਜੋ ਪਲੈਨਟਸ ਨੇ ਇਹਨਾਂ ਦੇ ਬਹੁਤ ਹੀ ਲਿਮਟਿਡ ਮੂਨ ਨੇਗੇ, ਜੋ ਸੈਟਲਾਈਟ ਨੇ ਇਹਨਾਂ ਦੇ ਬਹੁਤ ਹੀ ਲਿਮਟਿਡ ਨੇ, ਨੈਚੁਰਲ, ਜਾਂ ਕਿਸੇ ਦੇ ਤਾਂ ਹੈ ਹੀ ਨਹੀਂ ਆ। ਮਾਰਸ ਦੇ ਤੇ ਅਰਥ ਦੇ ਪਾਏ ਜਾਂਦੇ, ਇਹਨਾਂ ਦੋਹਾਂ ਦੇ ਤਾਂ ਹੈ ਹੀ ਨਹੀਂ ਆ। ਇਹਨਾਂ ਦੋਨਾਂ ਦੇ ਨਹੀਂ ਪਾਏ ਜਾਂਦੇ, ਇਹਨਾਂ ਦੋਨਾਂ ਦੇ ਪਾਏ ਜਾਂਦੇ ਨੇਗੇ। ਇਹ ਤੁਹਾਡੇ ਇਨਰ ਪਲੈਨਟਸ ਨੇਗੇ। ਤੇ ਇਸ ਤੋਂ ਬਾਅਦ ਤੁਹਾਡੇ ਇਸ ਸਾਈਡ ਜੋ ਆ ਗਏ ਜੁਪੀਟਰ, ਸੈਟਰਨ, ਨੈਪਚੂਨ, ਇਹ ਤੁਹਾਡੇ ਆ ਗਏ ਆਊਟਰ ਪਲੈਨਟ। ਇਹ ਜੀ ਸੋਲਿਡ ਸੀ, ਇਹ ਨੇ ਗੈਸੀਅਸ, ਮੋਸਟ ਆਫ ਗੈਸਿਸ ਦੇ ਬਣੇ ਹੋਏ ਨੇ ਇਹ। ਅਗਰ ਤੁਸੀਂ ਦੇਖੋ ਇਹ 'ਤੇ ਤੁਸੀਂ ਖੜਨ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਖੜਨ ਲਈ ਤੁਹਾਨੂੰ ਕੋਈ ਠੋਸ ਜਗ੍ਹਾ ਨਹੀਂ ਮਿਲੇਗੀ। ਤੁਸੀਂ ਸਗੋਂ ਨੀਚੇ ਨੀਚੇ ਜਾਂਦੇ ਜਾਓਗੇ, ਨੀਚੇ ਨੀਚੇ। ਇਹਦੇ ਵਿੱਚ ਕੀ ਕਹਿੰਦੇ ਨੇ, ਜੋ ਆਹ ਪਲੈਨਟਸ ਆ ਗਏ ਇਹਨਾਂ ਦੇ ਵਿੱਚ ਕਹਿੰਦੇ ਕਿਸੇ ਟਾਈਮ ਇੱਥੇ ਕੋਰ ਹੋ ਸਕਦੀ ਹੈ ਜੋ ਕਿ ਸੋਲਿਡ ਹੋਵੇ। ਇੱਕ ਪਾਰਟ ਹੋਊਗਾ ਕਹਿੰਦਾ ਜੋ ਸੋਲਿਡ ਹੋਊਗਾ, ਬਾਕੀ ਆਲੇ ਦੁਆਲੇ ਗੈਸਿਸ ਨੇ। ਹੁਣ ਇਹ ਵੀ ਤੁਹਾਡੀ ਇੱਕ ਬੈਸਟ ਐਗਜ਼ਾਮਪਲ ਹੋ ਗਈ। ਇਹ ਕਿੱਦਾਂ ਹੋ ਗਈ, ਪਲੈਨਟਸ ਕਿੱਦਾਂ ਫਾਰਮ ਹੋਏ। ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇੱਕ ਗ੍ਰੈਵਿਟੀ ਦੇ ਨਾਲ ਇੱਕ ਕੋਰ ਬਣੀ, ਕੋਰ ਦੇ ਆਲੇ ਦੁਆਲੇ ਗੈਸਿਸ ਘੁੰਮਣ ਲੱਗਿਆ। ਇਹੀ ਕੰਸੈਪਟ ਇੱਥੇ ਹੋ ਰਿਹਾ। ਇੱਥੇ ਕੋਰ ਬਣੀ ਹੋਈ ਹੈ, ਕੋਰ ਦੇ ਆਲੇ ਦੁਆਲੇ ਗ੍ਰੈਵਿਟੀ ਦੇ ਨਾਲ ਗੈਸਿਸ ਘੁੰਮੀ ਜਾ ਰਹੀਆਂ ਨੇਗੀਆਂ ਜੋ ਕੰਡੈਂਸ ਹੋ ਰਹੀਆਂ ਨੇਗੀਆਂ। ਸੋ ਇਹ ਤੁਹਾਡੇ ਨੇਗੇ ਗੈਸਿਸ ਪਲੈਨਟ ਨੇਗੇ। ਤੇ ਇਹਨਾਂ ਦੇ ਮੋਸਟ ਆਫ ਰਿੰਗਸ ਵੀ ਨੇ, ਆਲਮੋਸਟ ਸਾਰਿਆਂ ਦੇ ਹੀ ਨੇ ਜੁਪੀਟਰ ਨੂੰ ਛੱਡ ਕੇ। ਜੁਪੀਟਰ ਦੇ ਮੂਨਸ ਬਹੁਤ ਨੇ, ਉਹੀ ਜੁਪੀਟਰ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਰਿੰਗਸ ਨੇਗੇ। ਯੂਰੇਨਸ ਦੇ ਆਪਾਂ ਨੂੰ ਬਹੁਤ ਹੀ ਘੱਟ ਦਿਖਦੇ ਨੇ, ਨੈਪਚੂਨ ਦੇ ਥੋੜ੍ਹੇ ਜਿਹੇ ਦਿਖੇ ਜਾਂਦੇ ਨੇ, ਸੈਟਰਨ ਦੇ ਆਲਵੇਜ਼ ਵਿਜ਼ੀਬਲ ਨੇਗੇ। ਇਹਨਾਂ ਦੇ ਰਿੰਗਸ ਨੇ, ਰਿੰਗਸ ਦੇ ਵਿੱਚ ਕੀ ਹੈ, ਇਹਨਾਂ ਦੇ ਮੈਟਰ ਹੋ ਗਏ, ਪੱਥਰ ਹੋ ਗਏ, ਜਾਂ ਤੁਸੀਂ ਕਹਿ ਸਕਦੇ ਹੋਗੇ ਇੱਕ ਬਰਫ਼ ਹੋ ਗਈ, ਡਸਟ ਹੋ ਗਈ, ਉਹ ਆਲੇ ਦੁਆਲੇ ਇਹਨਾਂ ਦੇ ਗ੍ਰੈਵਿਟੀ ਦੇ ਨਾਲ ਘੁੰਮਦੀ ਰਹਿੰਦੀ ਹੈਗੀ। ਅਤੇ ਇਹਨਾਂ ਦੇ ਮੂਨ ਵੀ ਬਹੁਤ ਜ਼ਿਆਦਾ ਨੇ ਇਹਨਾਂ ਪਲੈਨਟਸ ਦੇ। ਹੁਣ ਇਹਨਾਂ ਦੇ ਵਿੱਚੋਂ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਇਹਨਾਂ ਦੇ ਨਾਮ ਦੱਸ ਦਿੰਦਾ ਕਿਹੜੇ ਕਿਹੜੇ ਪਲੈਨਟ ਨੇਗੇ। ਪੰਜਾਬੀ ਦੇ ਵਿੱਚ ਮੇਰਾ ਥੋੜ੍ਹਾ ਜਿਹਾ ਹੱਥ ਤੰਗ ਹੈ, ਇਸ ਕਰਕੇ ਮੈਨੂੰ ਕਿਤਾਬ ਦੀ ਜ਼ਰੂਰਤ ਲੈਣੀ ਪੈਂਦੀ ਆ। Where is planet? ਚਲੋ ਜੀ, ਇਹ ਆ ਜਾਂਦਾ ਹੈਗਾ ਤੁਹਾਡਾ ਬੁੱਧ, ਇਹ ਆ ਗਿਆ ਸ਼ੁੱਕਰ, ਧਰਤੀ, ਮੰਗਲ। ਮੰਗਲ ਤੋਂ ਬਾਅਦ ਜੀ ਜੁਪੀਟਰ ਨੂੰ ਕਹਿੰਦੇ ਨੇਗੇ ਬ੍ਰਹਿਸਪਤੀ, ਬ੍ਰਹਿਸਪਤੀ ਤੋਂ ਬਾਅਦ ਇਹ ਆ ਗਿਆ ਸ਼ਨੀ, ਸ਼ਨੀ ਤੋਂ ਬਾਅਦ ਆ ਜਾਂਦਾ ਜੀ ਅਰੁਣ, ਇਹ ਆ ਗਿਆ ਵਰੁਣ। ਇਹਨਾਂ ਦੇ ਪੰਜਾਬੀ ਦੇ ਨੇਮ ਜੀ ਜੋ ਬੇਸਿਕਲੀ ਆਪਾਂ ਹਿੰਦੀ ਤੋਂ ਹੀ ਅਡੋਪਟ ਕੀਤੇ ਨੇਗੇ, ਸੇਮ ਨੇਮ ਹੀ ਨੇ ਇਹ। ਹੁਣ ਤੁਹਾਡਾ ਜੋ ਕਿਸੇ ਟਾਈਮ ਦੇ ਵਿੱਚ ਗ੍ਰਹਿ ਕੰਸੀਡਰ ਕੀਤਾ ਜਾਂਦਾ ਸੀ ਪਲੂਟੋ, ਉਹ ਅੱਜ ਕੱਲ੍ਹ ਡੈਫੀਨੇਸ਼ਨ ਤੋਂ ਬਾਹਰ ਹੋ ਗਿਆ। ਡੈਫੀਨੇਸ਼ਨ ਦੇ ਨਾਲ ਹੀ ਇਹਨੂੰ ਗ੍ਰਹਿ ਬਣਾ ਦਿੰਦੇ, ਡੈਫੀਨੇਸ਼ਨ ਨਾਲ ਹੀ ਇਹਨੂੰ ਬਾਹਰ ਕਰ ਦਿੰਦੇ ਨੇ। ਬੇਸਿਕਲੀ ਪਲੂਟੋ ਦਾ ਕੇਸ ਕੀ ਹੈ, ਕਹਿੰਦੇ ਇਸ ਸਾਈਡ ਤੋਂ ਬਾਅਦ ਤੁਹਾਡੇ ਕੋਲ ਇੱਕ ਬੈਲਟ ਚੱਲਦੀ ਹੈ, ਜਿੱਦਾਂ ਐਸਟਰੋਇਡ ਬੈਲਟ ਹੈ ਨਾ, ਇਸ ਸਾਈਡ 'ਤੇ ਤੁਹਾਡੇ ਕੋਲ ਇੱਕ ਬਹੁਤ ਹੀ ਵੱਡੀ ਬੈਲਟ ਚੱਲਦੀ ਹੈ, ਵੱਡੇ ਵੱਡੇ ਪਾਰਟਸ ਦੀ। ਉਹ ਪਾਰਟਸ ਦੇ ਵਿੱਚ ਵੱਡੇ ਵੱਡੇ ਹੀ ਤੁਹਾਡੇ ਪੱਥਰ ਪਾਏ ਜਾਂਦੇ ਨੇ, ਵੱਡੇ ਵੱਡੇ ਐਸਟਰੋਇਡ ਪਾਏ ਜਾਂਦੇ ਨੇ। ਉਹਨੂੰ ਆਈ ਥਿੰਕ ਕੈਪਲਰ ਬੈਲਟ ਬੋਲਦੇ ਨੇਗੇ। ਅਤੇ ਉਹ ਕਈ ਤਾਂ ਉਹਦੇ ਵਿੱਚ ਐਡੇ ਇਸ ਸਾਈਡ ਦੇ ਪੱਥਰ ਨੇ ਕਿ ਉਹ ਬਹੁਤ ਹੀ ਵੱਡੇ ਪਲੈਨਟ ਨੇਗੇ, ਬਹੁਤ ਵੱਡੇ ਪਲੈਨਟ ਦੀ ਸਾਈਜ਼ ਦੇ, ਅਰਥ ਸਾਈਜ਼ ਦੇ ਪਲੈਨਟ ਦੇ ਤੁਹਾਡੇ ਇੱਥੇ ਪੱਥਰ ਪਾਏ ਜਾਂਦੇ ਨੇਗੇ। ਹੁਣ ਪਲੂਟੋ ਕੀ ਹੈ ਤੁਹਾਡਾ, ਪਲੂਟੋ ਰੈਵੋਲੂਸ਼ਨ ਦੇ ਨਾਲ ਘੁੰਮ ਘੁੰਮ ਕੇ ਉਹ ਇੱਕ ਰਾਊਂਡ ਬਣ ਗਿਆ, ਬਟ ਇੱਕ ਉਹ ਡਵਾਰਫ ਪਲੈਨਟ ਹੈ, ਉਹਦੇ ਨਾ ਕੋਈ ਇਨਵਾਇਰਮੈਂਟ ਹੈ, ਨਾ ਕੋਈ ਉਹ ਪਲੈਨਟਾਂ ਦੀ ਉਹਦੀ ਸਥਿਤੀ ਹੈਗੀ। ਜੇ ਬਾਕੀ ਸਾਰੇ ਪਲੈਨਟ ਇਹ ਆਲੇ ਦੁਆਲੇ ਇੱਦਾਂ ਚੱਕਰ ਕੱਢਦੇ ਨੇ,
सन के आले दुआले बाकी सारे इदा चक्कर कटते हैं, तो प्लूटो तो तुहाडा कल्ला ही इदा भज्या फिरदा हो इदा इदा, इसका कोई वो भी नहीं बन रहा, एक रेवोल्यूशन भी नहीं बन रहा अस दे आले दुआले। सो बेसिकली प्लूटो तुहाडा उस बेल्ट का ही कहते एक पार्ट है, उस का एक पत्थर है, इनू इस करके ग्रह नहीं मन्निया जा सकता। चलो जी हुण आपां देखते हैं बुध की अपने लवे प्लैनेट दे विच सोलर मिंट दे विच सारे नालों छोटा हैगा, सारे नालों वड्डा अपने लवे की पाया जांदा बृहस्पति, ये देख लो तुसीं। इस तो बाद जी आ गया वीनस। वीनस की है तुहाडा अर्थ का ट्विन है, कह सकते हो कि अर्थ का भाईचारा है वीनस। ये तुसीं फैक्ट्स कर ही लो। पहला आपां सन तो ही स्टार्ट कर लें, सन का ही करना स्टार्ट कर दें। ये आ जाता गा सन बेसिकली तुहाडा किस चीज़ का बनया होया जी, हाइड्रोजन ते हीलियम। तो ये हाइड्रोजन ते हीलियम दे विच बेसिकली तुहाडे कोल लगातार ही न्यूक्लीयर फ्यूजन हुंदा रहिंदा, न्यूक्लीयर फ्यूजन हुंदा रहिंदा, लगातार ही धमाके हुंदे रहिंदे ने। ते उहदे बेसिस ते ही तुहाडा की है एक हर टाइम दहकता रहिंदा, हर टाइम फटदा रहिंदा, इसे करके ही तुहानूं ये एनर्जी प्रोड्यूस करा रहा है, इसे करके ही तुहाडे कोल लाइट आ रही है, इसे करके ही तुहाडे कोल गर्मी आ रही है। कोई भी स्टार हुंदा वो इस तरह का ही हुंदा, हर टाइम फटदा ही रहिंदा। न्यूक्लीयर फ्यूजन की हुंदा, इहदे विच थोड़ा डीप कंसैप्ट चल जाएगा, आपां ना ही जाइए इधर बैटर होगा। ये बट थोड़े प्रोटॉन एटम्स होंगे आपस में टकराते हैं, वो टकराते हैं न्यूट्रन प्रोटॉन के टकराने एनर्जी प्रोड्यूस होती है। काफ़ी ज़्यादा वास्ट कंसैप्ट है। चलो जी जो आप देखते होंगे कि सन हैगा वो जो ग्लो यदा सरफेस हो गया, ये वाला सन हैगा, ये वाला यदा जो सरफेस है ये वैसे बेसिकली तुसी कह सकते हो उन्होंने सन की सतह उन्होंने बोलते हैं फोटोस्फेयर। उन्होंने फोटोस्फेयर बोलते हैं जो सन की सतह आ गई, जो इसके आले दाले हैगा इन्ना पार्ट होंदा जो जब तुम इन्हू कह लो अपर एटमोसफेयर हो गया, ਜਾਂ एक लाली दे विच दिखदा होंदा इन्ना पार्ट, इनू बोलते हैं क्रोमोस्फेयर। क्रोमोस्फेयर भी बोलते हैं इसनू, ते इसनू तुहाडा कोरोना भी बोलिया जाता, कोरोना सन दे नू। इस तो बाद जी तुहाडे कोल आपां देख लिया हाइड्रोजन ते हीलियम इसके मेन गैसेज ने। तो सन की जो सतह हैगी इसका टैंपरेचर मेनली 6000 डिग्री सैल्सीयस है। सन की सतह का टैंपरेचर, सरफेस का टैंपरेचर का 6000 डिग्री सैल्सीयस रहिंदा है। तो इन्हू जो एक कॉस्मिक ईयर की आपां गल कीती सी कि मिल्की वे दे आले दुआले गेड़ा लाउंदा है, तो इसनू वो गेड़े दे लई 224 मिलियन 224 मिलियन साल लग जाते हैं इसनू एक कॉस्मिक ईयर पूरा करने के लिए सन नू। चलो जी इस तो बाद आपां देखिए एक तुहाडा कंसैप्ट हुंदा इत्थे सन का। पहला तुसीं ये देख लो कि सन तो सूरज जो इसकी रोशनी है अर्थ तक जाते इसनू टाइम लगता 8 मिनट 16.6 सैकेंड इत्थे तक पहुँच जाती है। एक जी ये अर्थ सन के उपर ना ऑबजर्व किए जाते हैं। आई थिंक जो कुछ टफ करना पे तो उस चीज़ का क्वेश्चन बन सकता है, उस लिए आप उन्होंने कर ही लेने रीड ही लेने। सन के उपर कुछ टाइम बाद स्पॉट्स पाए जाते हैं, डार्क स्पॉट्स जिन्होंने सन स्पॉट कहे जाते हैं, धब्बे पैंदे ने सन के उत्ते। वो की चीज़ होंगी हैगी, यह ना एक जो कंसैप्ट है 22 सालों का एक फिनोमिना होंदा है। 11 साल बाद यह दोहराउंदा रहिंदा अपने आप को। 11 साल का होंदा है, उस तो बाद 11 साल नहीं होंदा, 11 साल होंदा, इस तरह चेंज होंदा रहिंदा है। जो ये सन स्पॉट्स होंदे नेगे ये की होंदा है, ये प्लेसिस होंदियां ने सन के उपर वो जगह होंदियां ने जिसका आले दाले नालों 1500 डिग्री सैल्सीयस टैंपरेचर घट जाता है। ਜਿਹੜੀ सन के उपर जगह का आले दुआले की जगह ਨੂੰ 1500 डिग्री सैल्सीयस टैंपरेचर घट गया तो उत्थे वो स्पॉट बन जाता सन स्पॉट। ये भी आपां नूं हुण जो मॉडर्न तुहाडे टैक्नीक्स आईयां नेगियां कैमराज वगैरह आए नेगे जो स्पेस के विचों देखते हैं, उन्होंने तो आपां नूं ये पता लग्या, उन्होंने बोलते हैं सन स्पॉट्स जां सन के उत्ते धब्बे।
ਇਹ ਕਨਸੈਪਟ ਬਣ ਸਕਦਾ ਹੈ ਕੁਐਸਚਨ ਦੇ ਪੱਖ ਤੋਂ, ਇਹ ਵੀ ਆਪਾਂ ਕਲੀਅਰ ਕਰਨਾ ਚੰਗੀ ਗੱਲ ਜੀ।